ਕੀ ਲੱਗਿਆ ਕਿ ਇਹ ਲਹਿਰ ਸ਼ੁਰੂ ਕਰਨ ਦੀ ਜ਼ਰੂਰਤ ਕਿਉਂ ਪਈ ਤੇ ਮਕਸਦ ਕੀ ਹੈਗਾ ਇਸ ਦਾ? ਉਹ ਕਿਹੜੀ ਆਜ਼ਾਦੀ ਸੀ ਜਿਹਦੇ ਲਈ ਉਹ ਹੱਸ ਕੇ ਫਾਂਸੀ ਚੜੇ? ਅੱਜ ਸਾਨੂੰ ਕਿਹੜੀ ਆਜ਼ਾਦੀ ਮਿਲੀ ਹੈ ਕਿ ਹਰ ਰੋਜ਼ 10 ਬੰਦੇ ਗਲ 'ਚ ਫਾਹਾ ਪਾ ਕੇ ਗੱਡੀ ਥੱਲੇ ਸਿਰ ਦੇ ਕੇ ਨਹਿਰ 'ਚ ਛਾਲ ਮਾਰ ਕੇ ਮਰ ਰਹੇ ਆ। ਇਹ ਮੇਰੇ ਪੰਜਾਬ ਦੀ ਹਾਲਤ ਹੈ। ਅੱਜ ਮੇਰੇ ਦੇਸ਼ ਦਾ ਕਿਸਾਨ ਸੜਕਾਂ ਤੇ ਹੈ, ਜਿਹੜਾ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਦੇਸ਼ ਨੂੰ ਆਤਮ ਨਿਰਭਰ ਕਰਨ ਵਾਲਾ ਕਿਸਾਨ ਅੱਜ ਆਪਣੇ ਹੱਕਾਂ ਲਈ ਰੋ ਰਿਹਾ ਹੈ, ਰੁਲ ਰਿਹਾ ਹੈ। ਹਰ ਸਰਕਾਰ ਨੇ ਇਹ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਸੂਬੇ ਦੀ ਮੁੜ ਉਸਾਰੀ ਕਰਾਂਗੇ, ਅਸੀਂ ਇੱਥੇ ਤੁਹਾਨੂੰ ਨੌਕਰੀਆਂ ਦੇਵਾਂਗੇ, ਅਸੀਂ ਇਹ ਕਰਜ਼ਾ ਲਾ ਦੇਵਾਂਗੇ। ਤੁਸੀਂ ਯਕੀਨ ਕਰੋ ਕਿ ਇਹ ਸਰਕਾਰ ਜਿਹੜੀ ਹੁਣ ਚੱਲ ਰਹੀ ਹੈ ਤੁਹਾਡੇ ਸਿਰ ਤੇ 90,000 ਕਰੋੜ ਰੁਪਏ ਦਾ ਹੋਰ ਕਰਜ਼ਾ ਚਾੜ ਕੇ ਜਾਵੇਗੀ। ਜਿਹੜੀਆਂ ਸਰਕਾਰਾਂ ਸਾਡੇ ਗੁਰੂ ਨੂੰ ਇਨਸਾਫ ਨਹੀਂ ਦੇ ਸਕੀਆਂ, ਸਰਬ ਧਰਮ ਸਾਂਝਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹਦੇ 'ਚ ਇਕੱਲੇ ਸਿੱਖਾਂ ਦੀ ਨਹੀਂ, ਹਿੰਦੂਆਂ ਦੀ, ਮੁਸਲਮਾਨਾਂ ਦੀ, ਸਭ ਦੀ ਬਾਣੀ ਹੈ। ਵਿਧਾਨ ਸਭਾ ਨੇ ਆਰਡਰ ਪਾਸ, ਉਸ ਤੋਂ ਬਾਅਦ ਕਾਰਜਪਾਲਿਕਾ ਨੇ ਜਾਂਚ ਕੀਤੀ, 2 ਕਮਿਸ਼ਨ ਬੈਠ ਗਏ, ਬਲਕਿ 3 ਕਮਿਸ਼ਨ ਬੈਠ ਗਏ। ਇੱਕ ਲੋਕਾਂ ਵੱਲੋਂ ਜਿਹੜਾ ਜਸਟਿਸ ਕਾਟਜੂ ਨੇ ਕਮਿਸ਼ਨ ਬਿਠਾਇਆ ਸੀਗਾ, ਬਾਵਜੂਦ ਇਹਦੇ ਸਾਰੇ ਕੁਝ ਤੇ ਪਾਣੀ ਫੇਰ ਦਿੱਤਾ ਗਿਆ ਔਰ ਹਰ ਸਰਕਾਰ ਉਹਦੇ ਤੇ ਡਰਾਮਾ ਕਰ ਰਹੀ ਹੈ। ਬਲਵਿੰਦਰ ਜੀ, ਜਿਹੜੀ ਲੋਕ ਅਧਿਕਾਰ ਲਹਿਰ ਹੈ ਇਹਦਾ ਮਕਸਦ ਕੀ ਹੋਵੇਗਾ? ਕਿੱਦਾਂ ਲੋਕਾਂ ਨੂੰ ਨਾਲ ਜੋੜਿਆ ਜਾਵੇਗਾ ਜਾਂ ਕਿਹੜੇ ਲੋਕ ਨਾਲ ਜੁੜਨਗੇ, ਜਾਂ ਇਹਦਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਚੁਣਾਵੀ ਤੌਰ ਤੇ, ਜਾਣੀ ਕਿ ਜੇ ਅਸੀਂ ਦੇਖੀਏ ਲੋਕਾਂ ਨੂੰ ਬਦਲ ਕਿਵੇਂ ਦੇਣਾ, ਇਸ ਬਾਰੇ ਕੀ ਮਨਸ਼ਾ ਹੈਗੀ ਜਾਂ ਕਿਸ ਤਰੀਕੇ ਨਾਲ ਸੋਚ ਰਹੇ? ਸੋ ਲੋਕ ਅਧਿਕਾਰ ਲਹਿਰ ਦਾ ਮੰਨਣਾ ਹੈ ਕਿ ਅਗਰ ਤੁਸੀਂ ਇਹਨਾਂ ਸਾਰੇ ਤਰ੍ਹਾਂ ਦੇ ਮਾਫੀਆ ਜਿਹੜੇ ਹੈਗੇ ਨੇ, ਜਿਨ੍ਹਾਂ ਨੇ ਤੁਹਾਡਾ ਗਲ ਜਿਹੜਾ ਹੈਗਾ ਉਹ ਕਹਿ ਲਓ ਵੀ ਇੱਕ ਤਰ੍ਹਾਂ ਨਾਲ ਰੱਸੀਆਂ ਪਾ ਦਿੱਤੀਆਂ, ਤੁਹਾਡਾ ਸਾਹ ਆਉਣਾ ਔਖਾ ਹੋ ਗਿਆ, ਉਹਨਾਂ ਤੋਂ ਜੇ ਨਿਜਾਤ ਪਾਉਣੀ ਹੈ ਤਾਂ ਸੰਵਿਧਾਨ ਦੀ ਇਸ ਤਾਕਤ ਨੂੰ ਵਰਤਣਾ ਪਏਗਾ, ਵੋਟ ਦੀ ਤਾਕਤ ਨੂੰ ਵਰਤਣਾ ਪਏਗਾ। ਸੋ ਲੋਕ ਅਧਿਕਾਰ ਲਹਿਰ ਜਿਹੜੀ ਹੈਗੀ ਹੈ ਉਹ ਲੋਕਾਂ ਨੂੰ ਇਸ ਗੱਲ ਲਈ ਜਾਗਰੂਕ ਕਰ ਰਹੀ ਹੈ ਕਿ 2022 ਦੀਆਂ ਵੋਟਾਂ ਦੇ ਵਿੱਚ ਹਰੇਕ ਪਾਰਟੀ ਆਪਦੀ ਛਤਰੀ ਤੋਂ ਇੱਕ ਕਬੂਤਰ ਡਾਏਗੀ, ਪਰ ਇੱਕ ਉਮੀਦਵਾਰ ਤੁਸੀਂ ਜਿਹੜਾ ਹੈਗਾ ਉਹ ਸੰਗਤ ਵੱਲੋਂ, ਲੋਕਾਂ ਵੱਲੋਂ ਖੜਾ ਕਰਨਾ ਹੈ ਤਾਂ ਫਿਰ ਉਸ ਦੀ ਇਲੈਕਸ਼ਨ ਵੀ ਆਪ ਲੜਨੀ ਹੈ। ਲਗਾਤਾਰ ਆਪਾਂ ਧਰਨੇ ਲਾਈ ਜਾਂਦੇ, 100 ਧਰਨਾ ਰੋਜ਼ ਲੱਗਦਾ, ਐਵਰੇਜ ਹੈ। ਆਂਗਣਵਾੜੀ ਵਰਕਰਾਂ ਦਾ, ਆਸ਼ਾ ਵਰਕਰਾਂ ਦਾ, ਮਿਡ ਡੇ ਮੀਲ ਵਾਲਿਆਂ ਦਾ, ਬੇਰੁਜ਼ਗਾਰਾਂ ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ, ਮੁਲਾਜ਼ਮਾਂ ਦਾ, ਹੈ ਨਾ, ਹਰ ਰੋਜ਼ 100 ਧਰਨਾ ਲੱਗਦਾ। ਮਹੀਨੇ 'ਚ 3000 ਹੋ ਗਿਆ, ਹੈ ਨਾ, ਸਾਲ 'ਚ 36000 ਹੋ ਗਿਆ। 20 ਸਾਲਾਂ 'ਚ ਤੁਸੀਂ ਦੇਖ ਲਓ ਵੀ 7,20,000 ਧਰਨੇ ਲਾ ਕੇ ਵੀ ਅਸੀਂ ਕਿਸੇ ਸਿਰੇ ਨਹੀਂ ਲੱਗੇ। ਹਰੇਕ ਵਾਰੀ ਵਾਅਦੇ ਉਹੀ ਹੁੰਦੇ ਨੇ, ਵਫਾ ਕਰਨੇ ਜਾਂ ਨਹੀਂ ਕਰਨੇ ਉਹ ਵੀ ਸਾਡੇ 5 ਸਾਲਾਂ ਬਾਅਦ ਪਤਾ ਲੱਗ ਜਾਂਦਾ। ਆਖਰੀ ਸਾਲ ਦੇ ਵਿੱਚ ਸਾਰੀਆਂ ਕੋਸ਼ਿਸ਼ਾਂ ਤੁਹਾਡੇ ਸਾਹਮਣੇ ਆ ਜਾਂਦੀਆਂ ਨੇ। ਇੱਦਾਂ ਦੀਆਂ ਗੱਲਾਂ ਵੀ ਉੱਠਦੀਆਂ ਰਹੀਆਂ ਕਿ ਜਿੰਨੇ ਵੀ ਲੋਕ ਇਹ ਵਾਅਦੇ ਕਰਦੇ ਰਹੇ ਉਹਨਾਂ ਨੂੰ ਲੱਗਦਾ ਕਿ ਅਖੀਰਲੇ ਸਮੇਂ ਦੇ ਵਿੱਚ ਥੋੜ੍ਹਾ ਬਹੁਤਾ ਦੇ ਦਿਓ ਲੋਕਾਂ ਨੂੰ, ਸਾਰੇ 4 ਸਾਲ ਰੁਕ ਕੇ ਥੋੜ੍ਹਾ ਬਹੁਤਾ ਦੇ ਦਿਓ ਅਤੇ ਉਹ ਲੋਕ ਫਿਰ ਉੱਧਰ ਨੂੰ, ਬਾਕੀ ਲੋਕਾਂ ਦੀਆਂ ਪੈਨਸ਼ਨਾਂ ਖਤਮ ਕਰੀ ਜਾ ਰਹੇ ਨੇ। ਅਤੇ ਜਿਹੜੇ ਵਿਧਾਇਕ ਇੱਕ ਵਾਰੀ ਬਣ ਗਿਆ, ਮੰਤਰੀ MP ਬਣ ਗਿਆ ਇੱਕ ਵਾਰੀ, ਅਤੇ ਜੇ ਉਹ ਜਿੰਨੀ ਵਾਰੀ MP ਬਣਿਆ, ਜਿੰਨੀ ਵਾਰੀ ਵਿਧਾਇਕ ਬਣਿਆ, ਉਨੀਆਂ ਪੈਨਸ਼ਨ। ਵਿਧਾਇਕ ਜਿਹੜਾ ਹੈਗਾ 60 ਸਾਲ ਰੱਖਣੀ ਆ, 60 62 ਸਾਲ ਰੱਖਣੀ ਆ, 62 ਉਦੋਂ ਹੀ ਪੈਨਸ਼ਨ ਮਿਲੂਗੀ ਜਦੋਂ ਕਿਸਾਨ ਤੇ ਮਜ਼ਦੂਰ ਨੂੰ ਪੈਨਸ਼ਨ ਮਿਲੂਗੀ। ਜਦੋਂ ਅਸੀਂ ਆਪਣਾ ਇੱਕ ਆਮ ਬੰਦਾ ਖੜਾ ਕਰਨਾ ਤਾਂ ਉਹਦੀ ਆਰਥਿਕ ਮਦਦ ਵੀ ਕਰਨੀ ਪੈਣੀ ਆ, ਉਹਦਾ ਕੋਈ ਬਲੂਪ੍ਰਿੰਟ ਤਿਆਰ ਕੀਤਾ। ਹੁਣ ਲੋਕਾਂ ਨੇ ਅਕਿਰਤ ਘਣ ਵੀ ਪਾਲੇ, ਹੁਣ ਤੱਕ ਅਕਿਰਤ ਘਣ ਪਾਲੇ, ਤੇ ਆਪਾਂ ਦਾ ਪੰਜਾਬ ਦੇ ਉਹ ਲੋਕ ਹੈ ਜਿਨ੍ਹਾਂ ਨੇ, ਮਤਲਬ ਤੁਸੀਂ ਦੇਖਿਓ ਜਿਹੜੇ ਲੋਕ ਹੁਣ ਆਪਾਂ ਮੂਹਰੇ ਲਾਵਾਂਗੇ ਨਾ, ਅਸੀਂ ਤਾਂ ਪਿੱਛੇ ਰਹਿਣਾ, ਅਸੀਂ ਤਾਂ ਰੌਲਾ ਪਾਉਣਾ ਹੈ, ਅਸੀਂ 2022 'ਚ ਇਲੈਕਸ਼ਨ ਨਹੀਂ ਲੜਨੀ, ਅਸੀਂ ਤਾਂ ਦੁਹਾਈ ਦੇਣੀ ਹੈ, ਕਿਉਂਕਿ ਅੱਜ ਲੀਡਰ ਬਣਨ ਦਾ ਨਹੀਂ, ਸਾਡੀ ਹੋਂਦ ਦਾ ਸਵਾਲ ਹੈ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। 7 ਦਹਾਕਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਸਾਡੇ ਦੇਸ਼ ਨੂੰ ਆਜ਼ਾਦ ਹੋਏ, ਪਰ ਅਸੀਂ ਅੱਜ ਵੀ ਉਹਨਾਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਹਾਂ ਜਿਹੜੀਆਂ ਆਜ਼ਾਦੀ ਤੋਂ ਪਹਿਲਾਂ ਸੀਗੀਆਂ। ਕਿਤੇ ਨਾ ਕਿਤੇ ਅੱਜ ਵੀ ਲੋਕ ਸਿੱਧੇ ਤੌਰ 'ਤੇ ਇਹ ਮੰਨਦੇ ਨੇ ਕਿ ਹਾਲੇ ਵੀ ਅਸੀਂ ਗੁਲਾਮ ਹੀ ਹਾਂ, ਕਿਉਂਕਿ ਸਾਨੂੰ ਉਸ ਤਰੀਕੇ ਦੀ ਆਜ਼ਾਦੀ ਨਹੀਂ ਮਿਲ ਸਕੀ ਜਿਸ ਦਾ ਸੁਪਨਾ ਸਾਡੇ ਆਜ਼ਾਦੀ ਘੁਲਾਟੀਆਂ ਨੇ ਦੇਖਿਆ ਸੀ। ਅਸੀਂ ਅਕਸਰ ਸਮੇਂ-ਸਮੇਂ 'ਤੇ ਵੱਖ-ਵੱਖ ਵਿਸ਼ਿਆਂ 'ਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਕੋਈ ਜਿਹੜੇ ਸੱਜਣ ਹੁੰਦੇ ਨੇ, ਜਿਹੜੇ ਸੁਹਿਰਦ ਨੇ, ਪੰਜਾਬ ਦਾ ਭਲਾ ਸੋਚਦੇ ਨੇ ਜਾਂ ਦੇਸ਼ ਦਾ ਭਲਾ ਸੋਚਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਦੇ ਨਾਲ ਤੁਹਾਡਾ ਤਾਰੁਫ ਕਰਾਉਂਦੇ ਰਹਿੰਦੇ ਹਾਂ। ਅੱਜ ਇੱਕ ਲੋਕ ਅਧਿਕਾਰ ਲਹਿਰ ਸ਼ੁਰੂ ਕੀਤੀ ਗਈ ਹੈ। ਇਹਦਾ ਮਕਸਦ ਕੀ ਹੈਗਾ, ਕਿਉਂ ਸ਼ੁਰੂ ਕਰਨੀ ਪਈ, ਸਮੇਂ ਦੀ ਲੋੜ ਕੀ ਹੈਗੀ ਹੈ, ਤੇ ਇਸ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਵਧਾਉਣਾ, ਤੇ ਇਸ ਦਾ ਮਕਸਦ ਕੀ ਹੈਗਾ। ਜ਼ਿਆਦਾ ਗੱਲਬਾਤ ਦੇ ਲਈ ਸਾਡੇ ਨਾਲ ਬਲਵਿੰਦਰ ਸਿੰਘ ਜੀ ਜੁੜੇ ਨੇ। ਸਰ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ।
ਤੁਹਾਡਾ ਵੀ ਹਰਦੀਪ ਸਿੰਘ ਭੁੱਗਲ ਜੀ ਬਹੁਤ-ਬਹੁਤ ਧੰਨਵਾਦ ਅਤੇ ਸਪੋਕਸਮੈਨ ਟੀਵੀ ਨੂੰ ਸੁਣਨ ਵਾਲੇ ਸਾਰੇ ਵੀਰਾਂ ਦਾ ਭੈਣਾਂ ਦਾ ਬਹੁਤ-ਬਹੁਤ ਧੰਨਵਾਦ। ਰਵਿੰਦਰ ਜੀ, ਲੋਕ ਅਧਿਕਾਰ ਲਹਿਰ ਸ਼ਬਦ ਆਪਣੇ ਆਪ ਦੇ ਵਿੱਚ ਸਿੱਧੇ ਤੌਰ ਤੇ ਬਿਆਨ ਕਰਦੇ ਨੇ ਕਿ ਲੋਕਾਂ ਦੇ ਅਧਿਕਾਰ ਦੀ ਗੱਲ ਕਰਨੀ ਹੈ। ਕੀ ਲੱਗਿਆ ਕਿ ਇਹ ਲਹਿਰ ਸ਼ੁਰੂ ਕਰਨ ਦੀ ਜ਼ਰੂਰਤ ਕਿਉਂ ਪਈ ਤੇ ਮਕਸਦ ਕੀ ਹੈਗਾ ਇਸ ਦਾ? ਹਰਦੀਪ ਜੀ, ਇਹਦੇ ਵਿੱਚ ਇਹ ਹੈ ਕਿ ਪੰਜਾਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰਕੇ ਹਟੇ ਹੋ ਕਿ ਬਹੁਤ ਵਧੀਆ ਖੂਬਸੂਰਤ ਧਰਤੀ ਹੈ ਤੇ ਅਸੀਂ 70 ਸਾਲਾਂ ਤੋਂ ਆਪਣੇ ਹੱਕਾਂ ਲਈ ਲੜ ਰਹੇ ਹਾਂ। ਸਾਨੂੰ ਸੋਚਣਾ ਪੈ ਰਿਹਾ ਕਿ ਆਜ਼ਾਦੀ ਘੁਲਾਟੀਆਂ ਦੀਆਂ ਅੱਖਾਂ ਦੇ ਵਿੱਚ ਉਹ ਕਿਹੜੇ ਸੁਪਨੇ ਸੀ ਕਿ ਉਹਨਾਂ ਨੇ ਹੱਸ-ਹੱਸ ਕੇ ਫਾਂਸੀ ਦੇ ਰੱਸੇ ਆਪਣੇ ਗਲਾਂ 'ਚ ਪਾਏ। ਉਹ ਕਿਹੜੀ ਆਜ਼ਾਦੀ ਸੀ ਜਿਹਦੇ ਲਈ ਉਹ ਹੱਸ ਕੇ ਫਾਂਸੀ ਚੜ੍ਹੇ? ਅੱਜ ਸਾਨੂੰ ਕਿਹੜੀ ਆਜ਼ਾਦੀ ਮਿਲੀ ਹੈ ਕਿ ਹਰ ਰੋਜ਼ 10 ਬੰਦੇ ਗਲ 'ਚ ਫਾਹਾ ਪਾ ਕੇ, ਗੱਡੀ ਥੱਲੇ ਸਿਰ ਦੇ ਕੇ, ਨਹਿਰ 'ਚ ਛਾਲ ਮਾਰ ਕੇ ਮਰ ਰਹੇ ਆ। ਇਹ ਮੇਰੇ ਪੰਜਾਬ ਦੀ ਹਾਲਤ ਹੈ। ਅੱਜ ਆਪਾਂ 26 ਤਰੀਕ ਨੂੰ ਇਹ ਇੰਟਰਵਿਊ ਕਰ ਰਹੇ ਹਾਂ। ਅੱਜ ਪੂਰਾ ਪੰਜਾਬ ਨਹੀਂ, ਪੂਰਾ ਭਾਰਤ ਸੜਕਾਂ ਤੇ ਹੈ। ਅੱਜ ਮੇਰੇ ਦੇਸ਼ ਦਾ ਕਿਸਾਨ ਸੜਕਾਂ 'ਤੇ ਹੈ, ਜਿਹੜਾ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਦੇਸ਼ ਨੂੰ ਆਤਮ ਨਿਰਭਰ ਕਰਨ ਵਾਲਾ ਕਿਸਾਨ ਅੱਜ ਆਪਣੇ ਹੱਕਾਂ ਲਈ ਰੋ ਰਿਹਾ, ਰੁਲ ਰਿਹਾ। ਸੋ ਇਹਦੇ ਤੋਂ ਇਲਾਵਾ ਜੇ ਆਪਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਪੰਜਾਬ ਅੱਜ ਪੌਣੇ 3 ਲੱਖ ਕਰੋੜ ਦਾ ਕਰਜ਼ਾਈ ਹੈ। ਹਰ ਸਰਕਾਰ, ਇਹ 1997 ਤੋਂ ਗੱਲ ਸ਼ੁਰੂ ਹੋਈ ਸੀ, 8000 ਰੁਪਏ ਦਾ ਮਹਿਜ ਕਰਜ਼ਾ ਸੀ ਔਰ ਉਹ ਜਿਹੜਾ ਕਾਲਾ ਦੌਰ ਸੀ ਉਹਦਾ ਨਾਂ ਦੇ ਕੇ ਉਹ ਕਰਜ਼ੇ ਬਾਰੇ ਚਰਚਾ ਛਿੜੀ ਸੀ। 8000 ਕਰੋੜ ਤੋਂ 97 ਤੋਂ ਬਾਅਦ ਹੁਣ ਤੱਕ ਚਲਦਿਆਂ ਪੌਣੇ 3 ਲੱਖ ਕਰੋੜ ਹੋ ਗਿਆ। ਹਰ ਸਰਕਾਰ ਨੇ ਇਹ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਸੂਬੇ ਦੀ ਮੁੜ ਉਸਾਰੀ ਕਰਾਂਗੇ, ਅਸੀਂ ਇੱਥੇ ਤੁਹਾਨੂੰ ਨੌਕਰੀਆਂ ਦੇਵਾਂਗੇ, ਅਸੀਂ ਇਹ ਕਰਜ਼ਾ ਲਾ ਦਿਆਂਗੇ। ਤੁਸੀਂ ਯਕੀਨ ਕਰੋ ਕਿ ਇਹ ਸਰਕਾਰ ਜਿਹੜੀ ਹੁਣ ਚੱਲ ਰਹੀ ਹੈ ਤੁਹਾਡੇ ਸਿਰ ਤੇ 90,000 ਕਰੋੜ ਰੁਪਏ ਦਾ ਹੋਰ ਕਰਜ਼ਾ ਚਾੜ ਕੇ ਜਾਵੇਗੀ। ਆਹ ਸੂਬੇ ਦਾ ਬਜਟ ਜਿਹੜਾ ਆਹ ਸਾਲ ਦਾ ਬਜਟ ਹੈ, ਇਹਦੇ 'ਚ 38,000 ਕਰੋੜ ਰੁਪਈਆ ਉਸ ਕਰਜ਼ੇ ਦੀਆਂ ਕਿਸ਼ਤਾਂ ਲਾਉਣ ਵਾਸਤੇ ਤੇ ਉਸ ਕਰਜ਼ੇ ਦਾ ਵਿਆਜ ਲਾਉਣ ਵਾਸਤੇ 38,000 ਕਰੋੜ ਹੋਰ ਚੱਕ ਲਿਆ ਗਿਆ। ਸੋ ਆਪਾਂ ਬੇਅਦਬੀ ਦੀ ਗੱਲ ਕਰ ਲਈਏ, ਜਿਹੜੀਆਂ ਸਰਕਾਰਾਂ ਸਾਡੇ ਗੁਰੂ ਨੂੰ ਇਨਸਾਫ ਨਹੀਂ ਦੇ ਸਕੀਆਂ, ਸਰਬ ਧਰਮ ਸਾਂਝਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹਦੇ 'ਚ ਇਕੱਲੇ ਸਿੱਖਾਂ ਦੀ ਨਹੀਂ, ਹਿੰਦੂਆਂ ਦੀ, ਮੁਸਲਮਾਨਾਂ ਦੀ, ਸਭ ਦੀ ਬਾਣੀ ਹੈ। ਸੋ ਉਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਸਾਰਾ ਕੁਝ ਤਬਾਹ ਹੋ ਗਿਆ। ਵਿਧਾਨ ਸਭਾ ਨੇ ਆਰਡਰ ਪਾਸ ਕੀਤਾ, ਉਸ ਤੋਂ ਬਾਅਦ ਕਾਰਜਪਾਲਿਕਾ ਨੇ ਜਾਂਚ ਕੀਤੀ, 2 ਕਮਿਸ਼ਨ ਬੈਠ ਗਏ, ਬਲਕਿ 3 ਕਮਿਸ਼ਨ ਬੈਠ ਗਏ। ਇੱਕ ਲੋਕਾਂ ਵੱਲੋਂ ਜਿਹੜਾ ਜਸਟਿਸ ਕਾਟਜੂ ਨੇ ਕਮਿਸ਼ਨ ਬਿਠਾਇਆ ਸੀਗਾ, ਬਾਵਜੂਦ ਇਹਦੇ ਸਾਰੇ ਕੁਝ ਤੇ ਪਾਣੀ ਫੇਰ ਦਿੱਤਾ ਗਿਆ ਔਰ ਹਰ ਸਰਕਾਰ ਉਹਦੇ ਤੇ ਡਰਾਮਾ ਕਰ ਰਹੀ ਹੈ। ਉਹ ਸਰਕਾਰਾਂ ਜਿਹੜੀਆਂ ਲੋਕਾਂ ਦੀ ਆਸਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਨਸਾਫ ਨਹੀਂ ਦੇ ਸਕੀਆਂ। ਬੜੀ ਹਾਸੋਹੀਣੀ ਗੱਲ ਆ। ਉਹ ਅਕਸਰ ਕਹਿ ਦਿੰਦੇ ਕਿ ਇਸ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ, ਪਰ ਰੱਜ ਕੇ ਇਸੇ ਮਸਲੇ ਤੇ ਹੀ ਸਿਆਸਤ ਹੋ ਰਹੀ ਹੈ ਕਿ ਕਿਸ ਤਰੀਕੇ ਨਾਲ ਬੇਅਦਬੀ ਜਿਹੜੀ ਹੋਈ ਤਾਂ ਉਹਨੂੰ ਅਸੀਂ ਆਪਣੀਆਂ ਵੋਟਾਂ ਖਿੱਚਣ ਦੇ ਲਈ ਵਰਤਿਆ ਜਾ ਸਕੇ। 2017 ਦਾ ਤੁਹਾਡੇ ਸਾਹਮਣੇ ਹੈਗਾ ਕਿ ਅਕਾਲੀ ਦਲ ਨੂੰ ਸਿੱਧੇ ਤੌਰ ਤੇ ਵੱਡਾ ਖਾਮਿਆਜ਼ਾ ਭੁਗਤਣਾ ਪਿਆ ਤੇ ਹੁਣ ਫਿਰ ਉਸੇ ਮਸਲੇ ਤੇ ਸਿਆਸਤ ਹੋ ਰਹੀ ਹੈ। ਬਲਵਿੰਦਰ ਜੀ, ਜਿਹੜੀ ਲੋਕ ਅਧਿਕਾਰ ਲਹਿਰ ਹੈ ਇਹਦਾ ਮਕਸਦ ਕੀ ਹੋਵੇਗਾ? ਕਿੱਦਾਂ ਲੋਕਾਂ ਨੂੰ ਨਾਲ ਜੋੜਿਆ ਜਾਵੇਗਾ ਜਾਂ ਕਿਹੜੇ ਲੋਕ ਨਾਲ ਜੁੜਨਗੇ, ਜਾਂ ਇਹਦਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਚੁਣਾਵੀ ਤੌਰ ਜਾਣੀ ਕਿ ਜੇ ਅਸੀਂ ਦੇਖੀਏ ਲੋਕਾਂ ਨੂੰ ਬਦਲ ਕਿਵੇਂ ਦੇਣਾ, ਇਸ ਬਾਰੇ ਕੀ ਮਨਸ਼ਾ ਹੈਗੀ ਜਾਂ ਕਿਸ ਤਰੀਕੇ ਨਾਲ ਸੋਚ ਰਹੇ ਹੋ ਤੁਸੀਂ? ਦੇਖੋ, ਸਵਾਲ ਇਹ ਹੈ ਕਿ ਸਾਨੂੰ ਬਿਮਾਰੀ ਦੀ ਜੜ੍ਹ ਨੂੰ ਫੜਨਾ ਪਏਗਾ। ਅੱਜ ਤੁਹਾਨੂੰ ਬਹੁਤ ਤਰ੍ਹਾਂ ਦੇ ਮਾਫੀਏ ਸਾਡੇ ਸਮਾਜ 'ਚ, ਸਾਡੀ ਸਰਕਾਰ 'ਚ ਮਿਲ ਜਾਣਗੇ ਜਿਨ੍ਹਾਂ ਦੀ ਆਪਾਂ ਰੋਜ਼ ਚਰਚਾ ਕਰਦੇ ਹਾਂ, ਜਿਹਦੇ ਵਿੱਚ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਡਰੱਗ ਮਾਫੀਆ, ਸ਼ਰਾਬ ਮਾਫੀਆ, ਜ਼ਮੀਨੀ ਮਾਫੀਆ। ਸੋ ਦਰਜਨ ਦੇ ਕਰੀਬ ਮਾਫੀਏ ਨੇ। ਇਹ ਮਾਫੀਏ ਕਿਉਂ ਹੈ? ਇਹਦੇ ਵਿੱਚ ਤੁਹਾਨੂੰ ਅਦਾਲਤਾਂ ਵੀ ਦੀ ਮਿਲੀ ਭੁਗਤ ਨਜ਼ਰ ਆਏਗੀ। ਇਹਨਾਂ ਮਾਫੀਏ ਦੇ ਵਿੱਚ ਤੁਹਾਨੂੰ ਕਾਰਜਪਾਲਿਕਾ ਜਿਹੜੀ ਹੈਗੀ ਹੈ ਉਹ ਇਨਵੋਲਵ ਦਿਸੇਗੀ। ਹੁਣ ਸਵਾਲ ਇਹ ਹੈ ਕਿ ਅਸੀਂ ਨਾ ਤਾਂ ਨਿਆਂਪਾਲਿਕਾ ਨੂੰ ਚੇਂਜ ਕਰ ਸਕਦੇ ਹਾਂ। ਇੱਕ ਜੱਜ ਸਾਹਿਬਾਨ ਨੇ ਜਿਹੜੇ ਉਹ ਪੂਰਾ ਪੜ੍ਹ ਕੇ ਆਉਂਦੇ ਨੇ ਤੇ ਉਹਨਾਂ ਨੇ 62 ਸਾਲ ਤੱਕ ਜੱਜ ਰਹਿਣਾ ਹੁੰਦਾ ਹੈ। ਇਸੇ ਤਰ੍ਹਾਂ ਜਿਹੜੀ ਕਾਰਜਪਾਲਿਕਾ ਹੈਗੀ ਹੈ ਉਹਦੇ ਵਿੱਚ ਜਿਹੜੇ ਅਫਸਰ ਸਾਹਿਬਾਨ ਨੇ ਉਹ ਵੀ ਇੱਕ ਹਰਡਲ ਕਲੀਅਰ ਕਰਕੇ ਆਉਂਦੇ ਆ ਤੇ ਉਹਨਾਂ ਨੇ 60 ਸਾਲ ਤੱਕ ਸਰਕਾਰੀ ਅਹੁਦੇ ਤੇ ਰਹਿਣਾ ਹੈ। ਹੁਣ ਸਾਡੇ ਕੋਲੇ ਡਾਕਟਰ BR ਅੰਬੇਦਕਰ ਹੋਰਾਂ ਦੀ ਅਗਵਾਈ 'ਚ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹਨੇ ਇੱਕ ਬੜੀ ਵੱਡੀ ਤਾਕਤ ਦਿੱਤੀ ਹੈ, ਉਹ ਹੈ ਵਿਧਾਨ ਪਾਲਿਕਾ ਦੀ। ਉਹ ਹਰ 5 ਸਾਲਾਂ ਬਾਅਦ ਸਾਡੇ ਕੋਲੇ ਇੱਕ ਮੌਕਾ ਹੁੰਦਾ ਹੈ। ਸੋ ਲੋਕ ਅਧਿਕਾਰ ਲਹਿਰ ਦਾ ਮੰਨਣਾ ਹੈ ਕਿ ਅਗਰ ਤੁਸੀਂ ਇਹਨਾਂ ਸਾਰੇ ਤਰ੍ਹਾਂ ਦੇ ਮਾਫੀਆ ਜਿਹੜੇ ਹੈਗੇ ਨੇ
ਜਿਨ੍ਹਾਂ ਨੇ ਤੁਹਾਡਾ ਗਲ ਜਿਹੜਾ ਹੈਗਾ ਉਹ ਕਹਿ ਲਓ ਵੀ ਇੱਕ ਤਰ੍ਹਾਂ ਨਾਲ ਰੱਸੀਆਂ ਪਾ ਦਿੱਤੀਆਂ, ਤੁਹਾਡਾ ਸਾਹ ਆਉਣਾ ਔਖਾ ਹੋ ਗਿਆ, ਉਹਨਾਂ ਤੋਂ ਜੇ ਨਿਜਾਤ ਪਾਉਣੀ ਹੈ ਤਾਂ ਸੰਵਿਧਾਨ ਦੀ ਇਸ ਤਾਕਤ ਨੂੰ ਵਰਤਣਾ ਪਏਗਾ, ਵੋਟ ਦੀ ਤਾਕਤ ਨੂੰ ਵਰਤਣਾ ਪਏਗਾ। ਸੋ ਲੋਕ ਅਧਿਕਾਰ ਲਹਿਰ ਦੀ ਮਨਸ਼ਾ ਇਹ ਹੈ ਕਿ ਜੇ ਤੁਸੀਂ ਇਹਦੇ ਤੋਂ ਨਿਜਾਤ ਪਾਉਣੀ ਹੈ ਤਾਂ ਹੁਣ ਤੱਕ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਸਾਰੇ ਸਾਡੇ ਉਹਨਾਂ ਆਗੂਆਂ ਨੂੰ ਇੱਕ ਪਾਸੇ ਤੇ ਰੱਖ ਕੇ ਤੁਹਾਨੂੰ ਆਮ ਲੋਕਾਂ ਦੇ ਵਿੱਚੋਂ ਆਪਦੇ ਨੁਮਾਇੰਦੇ ਚੁਣਨੇ ਪੈਣਗੇ। ਹਰਦੀਪ ਜੀ, ਬੜੀ ਦਿਲਚਸਪ ਗੱਲ ਹੈ ਕਿ ਅਸੀਂ ਹੁਣ ਤੱਕ ਲੀਡਰ ਚੁਣਦੇ ਹਾਂ, ਨੁਮਾਇੰਦਾ ਨਹੀਂ ਚੁਣਦੇ। ਸਵਾਲ ਇਹ ਅਸੀਂ ਉਹਨੂੰ ਚੁਣਦੇ ਹਾਂ ਜਿਹਨੂੰ ਪਹਿਲਾਂ ਕਿਸੇ ਇੱਕ ਨੇ ਚੁਣਿਆ ਹੁੰਦਾ ਹੈ, ਜਾਂ ਬਾਦਲ ਸਾਹਿਬ ਚੁਣਦੇ ਹੈ, ਕੈਪਟਨ ਸਾਹਿਬ ਚੁਣਦੇ ਹੈ, ਹੁਣ ਕੇਜਰੀਵਾਲ ਸਾਹਿਬ ਪਿਛਲੇ 5-4 ਸਾਲਾਂ ਤੋਂ ਚੁਣਨ ਲੱਗ ਗਏ, ਹੈ ਨਾ। ਸੋ ਇੱਕ ਬੰਦਾ ਫੈਸਲਾ ਕਰਦਾ ਹੈ ਤਾਂ ਅਸੀਂ ਉਹਨੂੰ ਚੁਣਦੇ ਹਾਂ ਜਿਹਨੂੰ ਪਹਿਲਾਂ ਕਿਸੇ ਇੱਕ ਨੇ ਚੁਣਿਆ ਹੁੰਦਾ ਹੈ। ਅਸੀਂ ਨੁਮਾਇੰਦਾ ਨਹੀਂ ਚੁਣਦੇ, ਲੀਡਰ ਚੁਣਦੇ ਹਾਂ। ਸੋ ਲੋਕ ਅਧਿਕਾਰ ਲਹਿਰ ਜਿਹੜੀ ਹੈਗੀ ਹੈ ਉਹ ਲੋਕਾਂ ਨੂੰ ਇਸ ਗੱਲ ਲਈ ਜਾਗਰੂਕ ਕਰ ਰਹੀ ਹੈ ਕਿ 2022 ਦੀਆਂ ਵੋਟਾਂ ਦੇ ਵਿੱਚ ਹਰੇਕ ਪਾਰਟੀ ਆਪਦੀ ਛਤਰੀ ਤੋਂ ਇੱਕ ਕਬੂਤਰ ਡਾਏਗੀ, ਪਰ ਇੱਕ ਉਮੀਦਵਾਰ ਤੁਸੀਂ ਜਿਹੜਾ ਹੈਗਾ ਉਹ ਸੰਗਤ ਵੱਲੋਂ, ਲੋਕਾਂ ਵੱਲੋਂ ਖੜਾ ਕਰਨਾ ਹੈ, ਤਾਂ ਫਿਰ ਉਸ ਦੀ ਇਲੈਕਸ਼ਨ ਵੀ ਆਪ ਲੜਨੀ ਹੈ। ਬਲਵਿੰਦਰ ਜੀ, ਇਹ ਜਿਹੜੀ ਮੁਹਿੰਮ ਹੈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸ਼ੁਰੂ ਕੀਤੀ ਨੂੰ? ਕਿਉਂਕਿ ਬੜੇ ਸਿੱਧੇ ਸ਼ਬਦਾਂ ਦੇ ਵਿੱਚ ਇਹ ਚੀਜ਼ ਹੈ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਹੁੰਦੀਆਂ ਨੇ, ਜਦੋਂ ਕੋਈ ਨਵੀਂ ਲਹਿਰ ਖੜੀ ਹੋਣੀ ਲੱਗਦੀ ਹੈ ਜਾਂ ਕੋਈ ਨਵੀਂ ਚੀਜ਼ ਦੀ ਸ਼ੁਰੂਆਤ ਹੋਣੀ ਹੁੰਦੀ ਹੈ ਤਾਂ ਉਹਨੂੰ ਬੜੇ ਆਸਾਨੀ ਦੇ ਨਾਲ ਆਪਸ ਦੇ ਵਿੱਚ ਰਲਗੱਡ ਹੋ ਕੇ ਉਹਨੂੰ ਖਤਮ ਕਰ ਦਿੱਤਾ ਜਾਂਦਾ, ਉਹਨੂੰ ਮਿਟਾ ਦਿੱਤਾ ਜਾਂਦਾ, ਉਹਦੀ ਜਾਣੀ ਕਿ ਹਸਤੀ ਆ ਉਹਨੂੰ ਹੀ ਖਤਮ ਕਰ ਦਿੱਤਾ ਜਾਂਦਾ, ਕਿਸੇ ਤਰੀਕੇ ਲੋਕਾਂ ਦੇ ਵਿੱਚ ਨਾ ਆ ਜਾਵੇ ਚੀਜ਼ ਜਿਹੜੀ ਚੰਗੀ ਹੁੰਦੀ ਹੈ। ਸਿੱਧੇ ਤੌਰ 'ਤੇ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਦੇ ਵੀ ਆਏ ਹਾਂ। ਕਦੋਂ ਸ਼ੁਰੂਆਤ ਕੀਤੀ ਹੈ, ਕਿੰਨੇ ਲੋਕ ਜੁੜ ਚੁੱਕੇ ਨੇ, ਜਾਂ ਕਿਸ ਤਰੀਕੇ ਨਾਲ ਅੱਗੇ ਵਧ ਰਹੇ ਹੋ? ਦੇਖੋ, ਸਵਾਲ ਇਹ ਹੈ ਕਿ ਹਰ ਗੱਲ ਜਿਹੜੀ ਹੈਗੀ ਹੈ ਉਹ ਲੋਕਾਂ ਦੇ ਵਿੱਚੋਂ ਨਿਕਲਦੀ ਹੈ। ਲੋਕ ਅਧਿਕਾਰ ਲਹਿਰ ਲੋਕਾਂ ਦੀ ਲਹਿਰ ਹੈ, ਇਹਨੂੰ ਹੌਲੀ ਹੌਲੀ ਬਣਾਇਆ ਗਿਆ ਹੈ। ਸਭ ਤੋਂ ਪਹਿਲਾਂ 2016 ਦੇ ਵਿੱਚ ਅਪਾਹਜ ਲੋਕ ਇਕੱਠੇ ਕੀਤੇ ਸੀਗੇ ਅਤੇ ਜਿਹੜੇ ਦਿਵਿਆਂਗ ਲੋਕ ਸੀ ਉਹਨਾਂ ਦੀਆਂ ਕਾਫੀ ਮੰਗਾਂ ਜਿਹੜੀਆਂ ਉਹਨਾਂ ਦੇ ਇਕੱਠੇ ਹੋਣ ਤੋਂ ਬਾਅਦ ਪੂਰੀਆਂ ਹੋਈਆਂ। ਫਿਰ ਉਸ ਤੋਂ ਬਾਅਦ ਬੁਢਾਪਾ ਵਿਧਵਾ ਪੈਨਸ਼ਨਾਂ ਦਾ ਮਸਲਾ ਨਾਲ ਚੁੱਕ ਕੇ ਪੈਨਸ਼ਨ ਜਿਹੜੀ 750 ਰੁਪਏ ਹੋਈ ਹੈ ਉਹਦੇ ਵਿੱਚ ਜਾਣੀ ਸਾਡੇ ਉਹ ਯਤਨ ਜਿਹੜੇ ਆ ਕਾਮਯਾਬ ਹੋਏ। ਤਾਂ ਇੱਕ ਅਹਿਸਾਸ ਹੋਇਆ ਕਿ ਜੇ ਉਹ ਲੋਕ ਤੁਰ ਸਕਦੇ ਆ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਨਹੀਂ, ਤਾਂ ਪੰਜਾਬ ਦੇ ਉਹ ਲੋਕ ਜਿਹੜੇ ਤੰਦਰੁਸਤ ਨੇ ਉਹਨਾਂ ਨੂੰ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇ। ਤਾਂ ਉਸ ਤੋਂ ਬਾਅਦ ਮਨਰੇਗਾ ਮਜ਼ਦੂਰ ਜਿਹੜੇ ਹੈਗੇ ਆ ਉਹਨਾਂ ਦੀਆਂ ਤਕਰੀਬਨ 350 ਮੀਟਿੰਗਾਂ ਪੰਜਾਬ 'ਚ ਪਿਛਲੇ 4 ਸਾਲਾਂ 'ਚ ਕੀਤੀਆਂ। ਕਈ ਵੀਡੀਓ ਦਫ਼ਤਰ ਜਿਹੜੇ ਸੀਗੇ ਉਹਨਾਂ ਦੇ ਬਾਹਰ ਮਤਲਬ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਉਹਨਾਂ ਦੇ ਮੰਗ ਪੱਤਰ ਦਿੱਤੇ। ਮਜ਼ਦੂਰਾਂ ਨੂੰ ਇਹ ਸਮਝਾਇਆ ਕਿ ਇਹ ਜਿਹੜਾ ਕਾਨੂੰਨ ਹੈ ਇਹਦੇ 'ਚ ਤੁਹਾਨੂੰ ਕਿਸੇ ਨੇ ਕੰਮ ਦੇਣਾ ਨਹੀਂ ਹੈ, ਕੰਮ ਲੈਣਾ ਤੁਹਾਡਾ ਹੱਕ ਹੈ। ਜਦੋਂ ਤੁਸੀਂ ਅਪਲਾਈ ਕਰੋਗੇ 15 ਦਿਨਾਂ 'ਚ ਕੰਮ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸੋ ਉਹਨਾਂ ਦੇ ਵਿੱਚ ਇੱਕ ਸਵੈ ਵਿਸ਼ਵਾਸ ਆਇਆ। ਉਸ ਤੋਂ ਬਾਅਦ ਫਿਰ ਜਿਹੜਾ ਸੀਗਾ ਜਿਹੜੇ ਸਾਡੇ ਪੜ੍ਹੇ ਲਿਖੇ ਲੋਕ ਨੇ ਤਾਂ ਅਸੀਂ ਲੋਕ ਅਧਿਕਾਰ ਲਹਿਰ ਦੇ ਮੈਂਬਰਾਂ ਨੇ ਜਾਣੀ ਉਹਨਾਂ ਕੋਲੇ ਜਾਣਾ ਸ਼ੁਰੂ ਕੀਤਾ। ਇਹ ਪਹਿਲਾਂ ਅਪੰਗ ਸਵੰਗ ਲੋਕ ਮੰਚ ਬਣਾਇਆ ਸੀਗਾ, ਅਸੂਲ ਮੰਚ, ਤਾਂ ਉਹਦੇ 'ਚ ਅਸੀਂ ਹਰੇਕ ਬੰਦੇ ਕੋਲੇ ਗਏ। 2016 ਤੋਂ ਹੀ ਜਾਣਾ ਸ਼ੁਰੂ ਕਰਤਾ ਸੀ। ਸਰਦਾਰ ਮਿਲਖਾ ਸਿੰਘ ਕੋਲੇ ਵੀ ਗਏ, ਜੋਗਰਾਜ ਜੀ ਕੋਲੇ ਵੀ ਗਏ, ਸੁੱਚਾ ਸਿੰਘ ਛੋਟੇਪੁਰ ਕੋਲੇ ਵੀ ਗਏ, ਗਾਂਧੀ ਜੀ ਕੋਲੇ ਵੀ ਗਏ, ਹੈ ਨਾ। ਹਰੇਕ ਬੰਦਾ ਜਿਹੜਾ ਲੱਗਦਾ ਸੀ ਵੀ ਇਹ ਕੁਛ ਕਰੇਗਾ ਅਸੀਂ ਉਹਦੇ ਕੋਲੇ ਗਏ। ਪਰ ਫਿਰ ਅਸੀਂ ਇਸ ਨਤੀਜੇ ਤੇ ਪਹੁੰਚੇ ਵੀ ਨਹੀਂ, ਸਾਨੂੰ ਲੋਕਾਂ ਕੋਲ ਹੀ ਜਾਣਾ ਪਏਗਾ। ਸੋ ਪੜ੍ਹੇ ਲਿਖੇ ਲੋਕਾਂ ਕੋਲੇ ਜਾਣਾ ਸ਼ੁਰੂ ਕੀਤਾ, ਹੈ ਨਾ। ਪਹਿਲਾਂ 2019 'ਚ ਜੌਲ ਸਾਹਿਬ ਨੂੰ ਲਿਆ ਨਾਲ, ਅਤੇ ਫਿਰ ਮੰਥਨ ਕਾਨਫਰੰਸ ਕੀਤੀ। ਖੋਸਾ ਪਾਂਡੂ 800 ਲੋਕਾਂ ਨੇ ਭਾਗ ਲਿਆ। ਉਹਦੇ 'ਚ ਸਭ ਤੋਂ ਫਾਰਮ ਭਰਵਾਏ ਵੀ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ, ਇਹਨਾਂ 'ਚੋਂ ਕਿਹੜੀਆਂ ਮੁਸ਼ਕਿਲਾਂ ਨੂੰ ਤੁਸੀਂ ਖਾਸ ਮੰਨਦੇ ਹੋ, ਹੈ ਨਾ, ਅਤੇ ਇਹਨਾਂ ਨੂੰ ਫਿਰ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਧਰਨਿਆਂ ਮੁਜ਼ਾਹਰਿਆਂ ਰਾਹੀਂ। ਮਤਲਬ ਕਿਉਂਕਿ ਇਹ ਨਾ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਪਿਛਲੇ ਸਮੇਂ 'ਚ ਅਸੀਂ 20 ਸਾਲ ਹੋ ਗਏ ਸਾਨੂੰ ਧਰਨੇ ਲਾਉਂਦਿਆਂ, ਹੈ ਨਾ। ਲਗਾਤਾਰ ਆਪਾਂ ਧਰਨੇ ਲਾਈ ਜਾਂਦੇ, 100 ਧਰਨਾ ਰੋਜ਼ ਲੱਗਦਾ, ਐਵਰੇਜ ਹੈ। ਆਂਗਣਵਾੜੀ ਵਰਕਰਾਂ ਦਾ, ਆਸ਼ਾ ਵਰਕਰਾਂ ਦਾ, ਮਿਡ ਡੇ ਮੀਲ ਵਾਲਿਆਂ ਦਾ, ਬੇਰੁਜ਼ਗਾਰਾਂ ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ, ਮੁਲਾਜ਼ਮਾਂ ਦਾ, ਹੈ ਨਾ। ਹਰ ਰੋਜ਼ 100 ਧਰਨਾ ਲੱਗਦਾ। ਮਹੀਨੇ 'ਚ 3000 ਹੋ ਗਿਆ, ਹੈ ਨਾ, ਸਾਲ 'ਚ 36000 ਹੋ ਗਿਆ। 20 ਸਾਲਾਂ 'ਚ ਤੁਸੀਂ ਦੇਖ ਲਓ ਵੀ 7,20,000 ਧਰਨੇ ਲਾ ਕੇ ਵੀ ਅਸੀਂ ਕਿਸੇ ਸਿਰੇ ਨਹੀਂ ਲੱਗੇ। ਸਮਾਂ ਦੀ ਹੋਇਆ ਕੀ ਕਿ ਲੋਕ ਸੜਕਾਂ 'ਤੇ ਬੈਠੇ ਰਹੇ, ਇਹ ਮੌਜ ਨਾਲ ਲੁੱਟਦੇ ਰਹੇ, ਹੈ ਨਾ। ਇਹਨਾਂ ਨੇ 3.25 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ 'ਤੇ ਚੜ੍ਹਾਤਾ। ਸੋ ਇਹ ਸਮਝ ਆਈ ਕਿ ਲੋਕਾਂ ਨੂੰ ਜਾਗਰੂਕ ਕਰੀਏ ਔਰ ਉਹਨਾਂ ਨੂੰ ਕਹੀਏ ਵੀ ਆਪਾਂ ਆਮ ਲੋਕਾਂ ਦੇ ਵਿੱਚੋਂ ਲੀਡਰ ਨੂੰ ਛੱਡ ਕੇ
ਨੁਮਾਇੰਦਾ ਚੁਣਨਾ ਸ਼ੁਰੂ ਕਰੀਏ, ਹੈ ਨਾ। ਆਗੂ ਦੀ ਪਰਿਭਾਸ਼ਾ ਸਮਝਣੀ ਪਵੇਗੀ ਕਿ ਆਗੂ ਕੌਣ ਹੁੰਦਾ ਜਿਹੜਾ ਸਾਨੂੰ ਸਾਡੀ ਅਗਵਾਈ ਕਰੇ, ਨਾ ਕਿ ਆਪਣੇ ਮਸਲਿਆਂ ਨੂੰ ਪਹਿਲਾਂ ਦੇਖੇ, ਨਿਰਜਨ ਪਹਿਲਾਂ ਨਾ ਦੇਖੇ, ਪਹਿਲਾਂ ਲੋਕਾਂ ਦੀ ਗੱਲ ਕਰੇ, ਲੁਕਾਈ ਦੀ ਗੱਲ ਕਰੇ। ਬਲਵਿੰਦਰ ਜੀ, ਬੜੀ ਹੈਰਾਨੀ ਰਹੀ ਹੈ ਇਸ ਚੀਜ਼ ਦੀ ਕਿ ਸਮੇਂ-ਸਮੇਂ 'ਤੇ ਬਹੁਤ ਸਾਰੇ ਵਾਅਦੇ ਹੁੰਦੇ ਰਹੇ ਨੇ ਲੋਕਾਂ ਦੇ ਨਾਲ, ਅਤੇ ਵਾਅਦਾ ਖਿਲਾਫੀਆਂ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਸਾਹਮਣੇ ਆਉਂਦੀਆਂ ਰਹੀਆਂ ਨੇ, ਪਰ ਫਿਰ ਵੀ ਲੋਕ ਵੋਟ ਪਾ ਦਿੰਦੇ ਨੇ ਕਿਉਂਕਿ ਉਹਨਾਂ ਤੋਂ ਕੋਈ ਬਦਲ ਨਹੀਂ ਹੈਗਾ ਸ਼ਾਇਦ, ਅਕਾਲੀ ਜਾਂ ਕਾਂਗਰਸੀ। ਹਰੇਕ ਵਾਰੀ ਵਾਅਦੇ ਉਹੀ ਹੁੰਦੇ ਨੇ, ਵਫਾ ਕਰਨੇ ਜਾਂ ਨਹੀਂ ਕਰਨੇ ਉਹ ਵੀ ਸਾਡੇ 5 ਸਾਲਾਂ ਬਾਅਦ ਪਤਾ ਲੱਗ ਜਾਂਦਾ। ਆਖਰੀ ਸਾਲ ਦੇ ਵਿੱਚ ਸਾਰੀਆਂ ਕੋਸ਼ਿਸ਼ਾਂ ਤੁਹਾਡੇ ਸਾਹਮਣੇ ਆ ਜਾਂਦੀਆਂ ਨੇ। ਇੱਦਾਂ ਦੀਆਂ ਗੱਲਾਂ ਵੀ ਉੱਠਦੀਆਂ ਰਹੀਆਂ ਕਿ ਜਿੰਨੇ ਵੀ ਲੋਕ ਇਹ ਵਾਅਦੇ ਕਰਦੇ ਰਹੇ ਉਹਨਾਂ ਨੂੰ ਲੱਗਦਾ ਕਿ ਅਖੀਰਲੇ ਸਮੇਂ ਦੇ ਵਿੱਚ ਥੋੜ੍ਹਾ ਬਹੁਤਾ ਦੇ ਦਿਓ ਲੋਕਾਂ ਨੂੰ, ਸਾਰੇ 4 ਸਾਲ ਰੁਕ ਕੇ ਥੋੜ੍ਹਾ ਬਹੁਤਾ ਦੇ ਦਿਓ ਅਤੇ ਉਹ ਲੋਕ ਫਿਰ ਉੱਧਰ ਨੂੰ ਹੋ ਜਾਂਦੇ ਨੇ। ਇਹਦਾ ਵੀ ਹੱਲ ਕੱਢਿਆ। ਤੁਸੀਂ ਵਾਅਦਿਆਂ ਦੀ ਗੱਲ ਕੀਤੀ, ਇੱਥੇ ਇੱਕ ਗੱਲ ਬਹੁਤ ਸਮਝਣ ਵਾਲੀ ਹੈ ਕਿ ਅਸੀਂ ਭੁੱਲੇ ਰਹੇ, ਅੱਜ ਜਿਹੜਾ ਨੌਕਰ ਹੈ ਨਾ ਉਹ ਇਹ ਫੈਸਲਾ ਕਰਦਾ ਕਿ ਮੈਂ ਮਾਲਕ ਨੂੰ ਕੀ ਦੇਣਾ ਹੈ ਨਾ। ਮੈਂ ਖੰਡ ਦਿਉਂ, ਮੈਂ ਪੱਤੀ ਦਿਉਂ, ਇੰਨੇ ਯੂਨਿਟ ਬਿਜਲੀ ਮਾਫ ਦਿਉਂ, ਹੈ ਨਾ। ਮਤਲਬ ਨੌਕਰ ਦੱਸ ਰਿਹਾ। ਲੋਕ ਅਧਿਕਾਰ ਲਹਿਰ ਜਿਹੜੀ ਹੈਗੀ ਹੈ ਉਹਨੇ ਫੈਸਲਾ ਕੀਤਾ ਕਿ ਮਾਲਕ ਦੱਸੇ ਮੈਂ ਨੌਕਰ ਤੋਂ ਕੀ ਕੰਮ ਲੈਣਾ ਹੈ ਨਾ। ਸੋ ਆਪਾਂ ਇੱਕ 11 ਨਿਕਾਤੀ ਪ੍ਰੋਗਰਾਮ ਬਣਾਇਆ ਸੀ 2019 'ਚ, ਔਰ ਉਹ ਅਸੀਂ 3 ਕਾਨਫਰੰਸਾਂ ਕਰਕੇ ਜਲਾਲਾਬਾਦ ਕੀਤੀ, ਤਲਵੰਡੀ ਸਾਬੋ ਕੀਤੀ, ਮੁੱਲਾਂਪੁਰ ਕੀਤੀ, ਹੈ ਨਾ। ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਉਹ ਭੇਜੀ, ਡਾਕਟਰ ਜੌਹਲ ਹੋਰਾਂ ਦੇ ਸਾਈਨ ਕਰਕੇ ਅਸੀਂ ਵੀ ਸਭ ਨੇ ਕੀਤੇ, ਹੈ ਨਾ। ਤਾਂ ਉਹਦੇ ਵਿੱਚ ਅਸੀਂ ਕਿਹਾ ਵੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਤੁਹਾਨੂੰ ਤਨਖਾਹ ਦਿੰਦੇ ਆ, ਹੈ ਨਾ। ਤਾਂ ਤੁਸੀਂ ਜਿਹੜਾ ਹੈਗਾ ਵੀ ਇਹ ਲੋਕਾਂ ਦੀ ਮੰਗ ਹੈ, ਮਾਲਕ ਦੀ ਮੰਗ ਹੈ, ਇਹ ਪੂਰੀ ਕਰੋ, ਹੈ ਨਾ। ਉਹ ਤਾਂ ਫਿਰ ਤੁਹਾਨੂੰ ਪਤਾ ਵੀ ਉਹ ਤਾਂ ਮਤਲਬ ਪਰਵਾਹ ਨਹੀਂ ਕਰਦੇ ਕਿਸੇ ਗੱਲ। ਬੜੀ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਲੋਕਾਂ ਦੇ ਨੁਮਾਇੰਦੇ ਹੋ ਕੇ ਜਾਂ ਲੋਕਾਂ ਦੇ ਪੈਸੇ 'ਤੇ ਕੰਮ ਕਰਨ ਵਾਲੇ ਜਾਂ ਲੋਕਾਂ ਦੇ ਲਈ ਨੀਤੀ ਘਾੜੇ ਬਣਨ ਵਾਲੇ ਲੋਕ ਜਿਹੜੇ ਨੇ ਉਹ 5-5 7-7 ਪੈਨਸ਼ਨਾਂ 8-8 ਪੈਨਸ਼ਨਾਂ ਲੈ ਕੇ ਸਿੱਧੇ ਤੌਰ 'ਤੇ ਮੈਨੂੰ ਲੱਗਦਾ ਕਿ ਵੱਡਾ ਬੋਝ ਉਹ ਵੀ ਹੈਗਾ, ਉਹਦੇ ਵਿੱਚ ਵੀ ਕੋਈ ਚੀਜ਼ ਕਰ ਲੈਣੀ ਚਾਹੀਦੀ। ਬਾਕੀ ਲੋਕਾਂ ਦੀਆਂ ਪੈਨਸ਼ਨਾਂ ਖਤਮ ਕਰੀ ਜਾ ਰਹੇ ਨੇ ਅਤੇ ਜਿਹੜੇ ਵਿਧਾਇਕ ਇੱਕ ਵਾਰੀ ਬਣ ਗਿਆ, ਮੰਤਰੀ MP ਬਣ ਗਿਆ ਇੱਕ ਵਾਰੀ, ਅਤੇ ਜੇ ਉਹ ਜਿੰਨੀ ਵਾਰੀ MP ਬਣਿਆ, ਜਿੰਨੀ ਵਾਰੀ ਵਿਧਾਇਕ ਬਣਿਆ, ਉਨੀਆਂ ਪੈਨਸ਼ਨਾਂ। ਦੇਖੋ ਉਹਦੇ ਵਿੱਚ ਲੋਕ ਅਧਿਕਾਰ ਲਹਿਰ ਦਾ ਜਿਹੜਾ ਮਨੋਰਥ ਪੱਤਰ ਆਪਾਂ ਜਾਰੀ ਕਰ ਰਹੇ ਹਾਂ ਉਹਦੇ 5 ਹਿੱਸੇ ਨੇ। ਪਹਿਲੇ ਹਿੱਸੇ ਦੇ ਵਿੱਚ ਇਹ ਹੈ ਕਿ ਆਪਾਂ ਕਿਉਂ ਬਣਾਈ ਹੈ ਇਹ, ਹੈ ਨਾ, ਕੀ ਮਜਬੂਰੀ ਸੀ। ਦੂਸਰੇ ਹਿੱਸੇ 'ਚ ਇਹ ਹੈ ਵੀ ਆਪਣਾ ਨੁਮਾਇੰਦਾ ਉਮੀਦਵਾਰ ਕਿਹੋ ਜਿਹਾ ਹੋਵੇ, ਉਹਦੇ 'ਤੇ ਸ਼ਰਤਾਂ ਲਿਖੀਆਂ ਗਈਆਂ ਨੇ, ਹੈ ਨਾ। ਉਹਦੇ ਵਿੱਚ ਇਹ ਵੀ ਪਾਇਆ ਵੀ ਜਿਹੜਾ ਉਮੀਦਵਾਰ ਹੋਊ ਲੋਕ ਅਧਿਕਾਰ ਲਹਿਰ ਦਾ ਉਹਨੂੰ ਜਨਤਕ ਤੌਰ ਦੇ ਉੱਤੇ ਵਾਅਦਾ ਕਰਨਾ ਪਊ ਕਿ ਉਹ ਕੇਵਲ ਤਨਖਾਹ ਭੱਤਿਆਂ 'ਤੇ ਕੰਮ ਕਰੂਗਾ, ਜਿਹੜੇ ਭੱਤੇ ਮਿਲਦੇ ਨੇ, ਹੈ ਨਾ, ਤਨਖਾਹ ਨਹੀਂ ਲਊਗਾ। ਇਹ ਬੜੇ ਮਜ਼ੇ ਦੀ ਗੱਲ ਹੈ ਕਿ 1970 ਤੋਂ ਪਹਿਲਾਂ ਤਨਖਾਹ ਨਹੀਂ ਸੀ ਹੁੰਦੀ, ਸਿਰਫ ਭੱਤੇ ਹੁੰਦੇ ਸੀਗੇ ਵੀ ਜਦੋਂ ਮੀਟਿੰਗਾਂ ਹੋਣੀਆਂ ਜਾਂ ਹੋਰ ਹੋਣਾ, ਹੈ ਨਾ, ਤਾਂ ਉਹਦੇ ਭੱਤੇ ਮਿਲਦੇ ਸੀਗੇ। ਸੋ ਤਨਖਾਹਾਂ ਇੰਨੀਆਂ ਵੱਧ ਗਈਆਂ, ਫਿਰ ਉਹਦੇ ਵਿੱਚ ਇਹ ਵੀ ਦਿੱਤਾ ਗਿਆ ਵੀ ਉਹਨੂੰ ਇਹ ਵੀ ਜਨਤਕ ਤੌਰ 'ਤੇ ਐਲਾਨ ਕਰਨਾ ਪਊਗਾ ਕਿ ਸਾਰੀਆਂ ਪੈਨਸ਼ਨਾਂ ਬੰਦ ਹੋਣਗੀਆਂ, ਹੈ ਨਾ, ਇੱਕ ਪੈਨਸ਼ਨ ਮਿਲੂਗੀ ਅਤੇ ਉਹ ਵੀ 60 ਸਾਲ ਦੀ ਉਮਰ ਤੋਂ ਬਾਅਦ। ਪਹਿਲੀ ਗੱਲ 60 ਨਹੀਂ 65 ਸਾਲ ਦੀ ਉਮਰ ਤੋਂ ਬਾਅਦ ਮਿਲਣੀ ਚਾਹੀਦੀ ਹੈ, ਕਿਉਂਕਿ ਇਹ ਬੜਾ ਮਜ਼ਾਕ ਹੈ। DC 60 ਸਾਲਾਂ ਦਾ ਬੁੱਢਾ ਹੋ ਜਾਂਦਾ, ਠੀਕ ਹੈ, ਔਰ ਉਹ ਆਪਦੀ ਤਨਖਾਹ ਦਾ ਅੱਧ ਪੈਨਸ਼ਨ ਲੈਂਦਾ। 2.5 ਲੱਖ ਤਨਖਾਹ ਹੈ ਅਤੇ ਮਤਲਬ 1.25 ਲੱਖ ਪੈਨਸ਼ਨ ਹੈ DC ਦੀ। ਹੁਣ ਜਿਹੜਾ ਕਿਸਾਨ ਹੈ, ਮਜ਼ਦੂਰ ਹੈ, ਕਾਰੀਗਰ ਹੈ, ਦੁਕਾਨਦਾਰ ਹੈ, ਉਹਦੀ ਪੈਨਸ਼ਨ ਪਤਾ ਕਿੰਨੀ ਹੈ? 750 ਰੁਪਈਏ। ਉਹ ਵੀ ਅਸੂਲ ਮੰਚ ਨੇ, ਜਾਣੀ ਜਿਹਦੇ 'ਚ ਮੈਂ ਕੰਮ ਕੀਤਾ, ਅਸੀਂ ਲੜ ਕੇ ਕਰਾਈ ਹੈ, ਠੀਕ ਹੈ। ਔਰ ਹੁਣ ਦੇਖੋ DC 60 ਸਾਲਾਂ ਦਾ ਬੁੱਢਾ ਹੋ ਜਾਂਦਾ, ਕਿਸਾਨ ਮਜ਼ਦੂਰ ਕਾਰੀਗਰ 65 ਸਾਲਾਂ ਦਾ ਬੁੱਢਾ ਹੁੰਦਾ, ਉਹਦੀ ਉਮਰ ਹੱਦ 65 ਸਾਲ ਰੱਖੀ ਗਈ ਹੈ। ਸੋ ਇਹ ਇੱਕ ਹੋਣੀ ਚਾਹੀਦੀ ਹੈ। ਉਸੇ ਤਰ੍ਹਾਂ ਵਿਧਾਇਕ ਜਿਹੜਾ ਹੈਗਾ 60 ਸਾਲ ਰੱਖਣੀ ਆ 60, 62 ਸਾਲ ਰੱਖਣੀ ਆ 62, ਉਦੋਂ ਹੀ ਪੈਨਸ਼ਨ ਮਿਲੂਗੀ ਜਦੋਂ ਕਿਸਾਨ ਤੇ ਮਜ਼ਦੂਰ ਨੂੰ ਪੈਨਸ਼ਨ ਮਿਲੂਗੀ। ਸੋ ਉਹ ਪੈਨਸ਼ਨਾਂ ਬੰਦ ਹੋਣਗੀਆਂ। ਦੂਜੇ ਪਾਰਟ ਦੇ ਵਿੱਚ ਜਾਣੀ ਉਹ ਸ਼ਰਤਾਂ ਨੇ ਕਿ ਤੁਹਾਡੇ ਉਮੀਦਵਾਰ 'ਚ ਕਿਹੜੀਆਂ ਸ਼ਰਤਾਂ ਹੋਣ। ਤੀਸਰੇ ਦੇ ਵਿੱਚ ਬਹੁਤ ਇੰਪੋਰਟੈਂਟ ਗੱਲ ਹੈ ਕਿ ਉਹਦੀ ਚੋਣ ਕਿਵੇਂ ਹੋਵੇ, ਹੈ ਨਾ। ਹੁਣ ਜਿਵੇਂ ਆਪਾਂ ਜ਼ਿਕਰ ਕੀਤਾ ਵੀ ਹੁਣ ਉਹ ਪਹਿਲਾਂ ਇੱਕ ਜਾਣਾ ਹੀ ਚੁਣ ਦਿੰਦਾ, ਉਹ ਤੁਹਾਡੇ ਕੋਲੇ ਆ ਜਾਂਦਾ। ਨਹੀਂ, ਆਪਾਂ ਪਿੰਡ ਤੇ ਜਿਹੜਾ ਮੁਹੱਲਾ ਹੈ ਉਹਨੂੰ ਮੋਰਚਾ ਬਣਾ ਲੈਣਾ, ਹੈ ਨਾ, ਤੇ ਹਲਕਾ ਕਿਲਾ ਹੋਊਗਾ। ਕਿਲੇ ਦੇ ਵਿੱਚ 125 ਮੈਂਬਰ ਹੋਣਗੇ, 125 ਦੇ 125 ਮੈਂਬਰ ਨਾ ਐਨ ਟਣਕਾ ਕੇ ਲੈਣੇ ਨੇ। ਇਹ ਹਲਕੇ ਵਾਲਿਆਂ ਦੀ ਜ਼ਿੰਮੇਵਾਰੀ ਹੈ ਵੀ ਇੱਕ ਵੀ ਮੈਂਬਰ ਗਲਤ ਆਉਂਦਾ ਤਾਂ ਆਪਣੀ ਜਿਹੜੀ ਕੋਰ ਕਮੇਟੀ ਬਣੂਗੀ ਜਾਂ ਜਿਹੜੀ ਸਟੇਟ ਕਮੇਟੀ ਹੈਗੀ ਆ ਉਹ ਦੱਸਣਾ ਹੈ ਵੀ ਗਲਤ ਬੰਦਾ ਪੈ ਗਿਆ। ਉਹਦੇ 'ਚ ਰੇਤਾ ਬਜਰੀ ਸ਼ਰਾਬ ਦਾ ਠੇਕੇਦਾਰ, ਹੋਰ ਕੋਈ ਚੋਰੀ ਜਾਰੀ ਕਰਨ ਵਾਲਾ, ਹੈ ਨਾ, ਜਰਾਇਮ ਪੇਸ਼ਾ ਬੰਦਾ ਨਹੀਂ ਆਉਣਾ ਚਾਹੀਦਾ। ਸਾਡੇ ਕੋਲ ਚੰਗੇ ਬੰਦਿਆਂ ਦੀ ਕਮੀ ਥੋੜ੍ਹੀ ਹੈ, 99% ਲੋਕ ਵਧੀਆ ਨੇ, ਠੀਕ ਹੈ। ਕਿੰਨਿਆਂ ਕੁ ਦੀ ਰੇਤਾ ਵਿਕਦੀ ਹੈ? ਸੋ ਚੰਦ ਗਿਣਤੀ ਦੇ ਬੰਦੇ, ਮਤਲਬ ਪੰਜਾਬ ਨੂੰ ਲੁੱਟਣ ਵਾਲੇ ਲੋਕਾਂ ਦੀ ਗਿਣਤੀ 250-300 ਹੈ ਨਾ। 5-7 ਹਜ਼ਾਰ ਕੌਲੀ ਚੱਟ ਹੈ ਗਾਂ ਅਗਲੇ ਪਾਸੇ। ਹੁਣ ਦੇਖੋ ਇਹ 250-300 ਬੰਦਾ ਲੁੱਟਣ ਵਾਲਾ ਉਹ ਵੱਖ-ਵੱਖ ਪਾਰਟੀਆਂ 'ਚ ਰਹਿੰਦਾ ਹੋਇਆ ਵੀ ਇਕੱਠਾ ਹੈ,
ਹੈ ਨਾ। ਪਿੱਛੇ ਜੇ ਤੁਸੀਂ ਦੇਖਿਆ ਹੋਣਾ ਵੀ ਇੱਕ ਮਿਨਿਸਟਰ ਸਾਹਿਬ ਜਿਹੜੇ ਕਾਂਗਰਸ 'ਚ ਰਹਿ ਚੁੱਕੇ ਆ ਤੇ ਫਾਜ਼ਿਲਕਾ ਦੇ ਵਿੱਚ ਰਿਣਮਾ ਸ਼ਾਇਦ, ਹੈ ਨਾ, ਉਹ ਸੁਖਬੀਰ ਬਾਦਲ ਜੀ ਨਾਲ ਰਲ ਗਏ, ਬੜਾ ਰੌਲਾ ਪਾਇਆ ਗਿਆ, ਹੈ ਨਾ। ਉਹ ਮੈਨੂੰ ਪੰਜਾਬੀ ਦੀ ਇੱਕ ਕਹਾਵਤ ਯਾਦ ਆ ਗਈ ਵੀ ਤੂੜੀ ਗਲੀ ਸੀ, ਹੈ ਨਾ, ਬਲਦ ਭੁੱਖਾ ਸੀ। ਤਾਂ ਉਹ ਹੁਣ ਕਾਂਗਰਸ ਦੇ ਤਾਂ ਫਿੱਟ ਨਹੀਂ ਸੀ, ਸੁਖਬੀਰ ਬਾਦਲ ਦੇ ਨਾਲ ਖੜਦਾ ਕੋਈ ਨਹੀਂ, ਉਹਨਾਂ ਨੇ ਉਹਨਾਂ ਨੂੰ ਰਲਾ ਲਿਆ, ਹੈ ਨਾ। ਇੱਧਰੋਂ ਆਇਆ ਇੱਧਰ ਕੱਢ ਲਿਆ, ਉੱਧਰੋਂ ਆਇਆ ਇੱਧਰ ਪੈ ਗਿਆ। ਸੋ ਆਪਾਂ ਨਾ ਹੁਣ ਝਾੜੂ ਨਾਲ ਨਹੀਂ, ਜਾਣੀ ਕਰਾਹਾ ਪਾ ਕੇ ਹੁੰਝਣੇ ਨੇ ਇਹ ਸਾਰੇ, ਹੈ ਨਾ। ਤਾਂ ਤੀਸਰੇ ਦੇ ਵਿੱਚ ਇਹ ਹੈ ਕਿ ਤੁਹਾਡਾ ਉਮੀਦਵਾਰ ਹੈ ਜਿਹੜਾ, ਉਹਦੀ ਚੋਣ ਕਿਵੇਂ ਹੋਣੀ ਹੈ, ਉਹ ਹਲਕੇ ਦੇ ਵਿੱਚ ਜਾਣੀ ਸਟੇਟ ਕਮੇਟੀ ਦੀ ਸਲਾਹ ਨਾਲ ਉਹ ਸੰਗਤ ਵੱਲੋਂ ਖੜਾ ਕੀਤਾ ਜਾਊ। ਫਿਰ ਇੰਪੋਰਟੈਂਟ ਗੱਲ ਕਿ ਜਿਸ ਵੇਲੇ ਮਤਲਬ ਇਹ ਉਮੀਦਵਾਰ ਆ ਜਾਂਦੇ ਆ, ਫਿਰ ਇਹਨਾਂ ਤੇ ਸੱਟਾ ਲੱਗਦਾ ਹੈ ਨਾ। ਕੋਈ 5 ਲੱਖ ਦਿੰਦਾ, ਕੋਈ ਲੱਖ। ਬਸ਼ਰਮੀ ਇੰਨੀ ਆ, ਅਖਬਾਰਾਂ 'ਚ ਖਬਰਾਂ ਆਉਂਦੀਆਂ ਵੀ ਥੈਲੀਆਂ ਦਿੱਤੀਆਂ ਜਾ ਰਹੀਆਂ। ਹੁਣ ਦੇਖੋ ਗੱਲ ਇਉਂ ਆ, ਸੱਟਾ ਇਹ ਕੌਣ ਲਾਉਂਦੇ ਨੇ? ਜਿਨ੍ਹਾਂ ਨੇ ਥਾਣਿਆਂ 'ਚ SHO ਲੱਗਣਾ, ਸਬ ਡਿਵੀਜ਼ਨਾਂ 'ਚ ਡਿਪਟੀ ਲੱਗਣਾ, ਤਹਿਸੀਲਾਂ 'ਚ ਤਹਿਸੀਲਦਾਰ ਲੱਗਣਾ, ਜਿਨ੍ਹਾਂ ਨੇ ਜਾਣੀ ਤੁਹਾਡੀ ਛਿੱਲ ਪੱਟਣੀ ਹੈ, ਉਹ ਕਹਿੰਦੇ ਆ ਵੀ ਮੇਰਾ ਬੰਦਾ ਜੇ ਜਿੱਤ ਗਿਆ ਤਾਂ ਫਿਰ 5 ਸਾਲ ਮੌਜ ਕਰਾਂਗੇ, ਹੈ ਨਾ। ਜਾਂ ਫਿਰ ਸੱਟਾ ਲਾਉਂਦੇ ਆ ਜਿਨ੍ਹਾਂ ਨੇ ਬਿਹਾਰ 'ਚੋਂ ਲਿਆ ਕੇ ਝੋਨਾ ਸਸਤਾ 900 ਨੂੰ 800 ਨੂੰ ਲਿਆ ਕੇ ਇੱਥੇ 1900 ਨੂੰ ਵੇਚਣਾ। ਜਾਂ ਲਾਉਂਦੇ ਆ ਜਿਨ੍ਹਾਂ ਨੇ ਜ਼ਮੀਨਾਂ 'ਤੇ ਕਬਜ਼ੇ ਕਰਨੇ ਆ, ਰੇਤਾ ਚੋਰ ਬਜ਼ਾਰੀ ਕਰਨੀ ਹੈ ਨਾ। ਹੁਣ ਤੁਸੀਂ ਮੈਨੂੰ ਦੱਸੋ ਵੀ ਜਿਹੜਾ ਬੰਦੇ ਦਾ ਕਿਰਦਾਰ ਇੰਨਾ ਗਿਰ ਗਿਆ ਵਿਧਾਇਕ ਬਣਦਿਆਂ ਫਿਰ ਉਹਦੇ ਪੈਸੇ ਵੀ ਖਾਸੇ ਖਰਚ ਹੁੰਦੇ ਨੇ, ਹੈ ਨਾ। ਤਾਂ ਉਹ ਕਿਵੇਂ ਆਪਣੇ ਬਾਰੇ ਸੋਚੇਗਾ? ਸੋ ਆਪਾਂ ਇਹ ਗੱਲ ਕੀਤੀ ਹੈ ਕਿ ਜਿਹੜਾ ਆਪਾਂ ਉਮੀਦਵਾਰ ਚੁਣਨਾ ਹੈ ਉਹ ਕਿਸੇ ਤੋਂ ਪੈਸੇ ਨਹੀਂ ਲੈ ਸਕਦਾ। ਸਿੱਧੀ ਜੀ ਗੱਲ ਇਹ ਹੈ ਕਿ ਕਿਉਂਕਿ ਅੱਜ ਕੱਲ੍ਹ ਜਿੱਦਾਂ ਸਰਪੰਚੀ ਲੱਖਾਂ 'ਚ ਹੋ ਗਈ ਹੈ ਤੇ ਵਿਧਾਇਕੀ ਕਰੋੜਾਂ 'ਚ ਹੋ ਗਈ ਹੈ। ਤੇ ਉਹਦੇ 'ਚ ਇੱਕ ਇੰਪੋਰਟੈਂਟ ਗੱਲ ਹੈ ਕਿ ਮਤਲਬ ਉਹਦਾ ਇਲੈਕਸ਼ਨ ਹੈ ਜਿਹੜੀ 125 ਮੈਂਬਰੀ ਕਮੇਟੀ ਲੜੂਗੀ, ਹੈ ਨਾ। ਉਹਦੇ 'ਚ ਬਕਾਇਦਾ ਰਸੀਦ ਕੱਟੀ ਜਾਊ। ਕੋਈ 50 ਰੁਪਏ ਦਿੰਦਾ ਉਹਨੂੰ ਵੀ ਮਿਲੂ, ਕੋਈ 5000 ਦਿੰਦਾ ਉਹਦੀ ਵੀ। ਆਪਾਂ ਉਮੀਦਵਾਰ ਦੇ ਪੈਸੇ ਵੀ ਨਹੀਂ ਲੱਗਣ ਦੇਣੇ। ਮੈਂ ਉਹੀ ਸਵਾਲ ਕਰਨ ਲੱਗਾ ਸੀ ਕਿਉਂਕਿ ਇੱਕ ਪਾਸੇ ਚੋਣ ਇੰਨੀ ਮਹਿੰਗੀ ਕਰ ਦਿੱਤੀ ਗਈ ਹੈ ਕਿ ਆਮ ਬੰਦਾ ਪਹੁੰਚ ਵੀ ਨਹੀਂ ਕਰ ਸਕਦਾ, ਕਿ ਸਰਪੰਚੀ ਲੱਖਾਂ 'ਚ ਹੋ ਗਈ ਹੈ, ਕਈ ਥਾਵਾਂ ਤੇ 25-30 ਲੱਖ ਰੁਪਏ ਲੱਗ ਰਿਹਾ ਹੈ ਤੇ ਵਿਧਾਇਕੀ ਕਰੋੜਾਂ 'ਚ ਹੋ ਗਈ ਹੈ, ਉਸ ਹਿਸਾਬ ਨਾਲ ਪੈਸਾ ਲੱਗ ਰਿਹਾ। ਤਾਂ ਉਹਨਾਂ ਦੇ ਮੁਕਾਬਲੇ ਜਦੋਂ ਅਸੀਂ ਆਪਣਾ ਇੱਕ ਆਮ ਬੰਦਾ ਖੜਾ ਕਰਨਾ ਤਾਂ ਉਹਦੀ ਆਰਥਿਕ ਮਦਦ ਵੀ ਕਰਨੀ ਪੈਣੀ ਆ। ਉਹਦਾ ਕੋਈ ਬਲੂਪ੍ਰਿੰਟ ਤਿਆਰ ਕੀਤਾ ਕਿਸ ਤਰੀਕੇ ਨਾਲ? ਬਿਲਕੁਲ ਉਹਦਾ ਬਲੂਪ੍ਰਿੰਟ ਜਿਹੜਾ ਹੈਗਾ ਪੂਰਾ ਤਿਆਰ ਹੈ। ਤੁਸੀਂ ਯਕੀਨ ਕਰਿਓ ਵੀ ਸਾਨੂੰ ਪਿਛਲੇ 1 ਸਾਲ ਦੇ ਵਿੱਚ ਘੱਟ ਤੋਂ ਘੱਟ 400 ਜਿਹੜੇ NRI ਨੇ ਤੇ ਪੰਜਾਬ ਦੇ ਬਹੁਤ ਸਾਰੇ ਲੋਕ, ਹੈ ਨਾ, ਜਿਹੜੇ ਬੜੇ ਭਲੇ ਲੋਕ ਨੇ, ਉਹ ਇਹ ਪੁੱਛਦੇ ਨੇ ਵੀ ਤੁਹਾਡੀ ਪੈਸਿਆਂ ਨਾਲ ਮਦਦ ਕਰ ਦਈਏ। ਤਾਂ ਅਸੀਂ ਉਹਨਾਂ ਦੇ ਨਾਂ ਲਿਖੀ ਜਾਂਦੇ ਹਾਂ, ਹੈ ਨਾ। ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਹੁਣ ਪੈਸੇ ਦੀ ਜ਼ਰੂਰਤ ਨਹੀਂ ਹੈਗੀ, ਹੁਣ ਬੰਦਿਆਂ ਦੀ ਜ਼ਰੂਰਤ ਹੈ, ਵੀ ਚੰਗੇ ਬੰਦੇ ਦਿਓ ਤਾਂ ਕਿ ਆਪਾਂ ਲੋਕਾਂ ਨੂੰ ਜਾਗਰੂਕ ਕਰੀਏ। ਪੈਸੇ ਦੀ ਕੋਈ ਕਮੀ ਨਹੀਂ ਆਏਗੀ। 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਬਹੁਤੇ ਲੀਡਰ ਆਸੇ ਪਾਸਿਓਂ ਆਏ ਸੀ, ਹੈ ਨਾ, ਪੈਰਾਂ 'ਚ ਚੱਪਲਾਂ ਸੀ, ਪਾਟੀਆਂ ਕਮੀਜ਼ਾਂ ਸੀ, ਟੁੱਟੀਆਂ ਜੀਆਂ ਕਾਰਾਂ ਸੀ, ਹੈ ਨਾ, ਇੱਥੋਂ ਫਾਰਚੂਨਰਾਂ 'ਤੇ ਗਏ ਆ ਨਾ, ਆਪਾਂ ਨੂੰ ਸਭ ਨੂੰ ਪਤਾ ਹੈ। ਫਿਰ ਦੇਖੋ ਬਹੁਤ ਸਾਰੇ ਵਿਧਾਇਕ ਉਹਨਾਂ ਕੋਲੇ ਕੁਛ ਨਹੀਂ ਸੀ, ਹੈ ਨਾ, ਉਹਨਾਂ ਦੀਆਂ ਕੋਠੀਆਂ ਪੈ ਗਈਆਂ। ਮੈਂ ਜਾਣਦਾ ਕਈਆਂ ਨੂੰ, ਹੈ ਨਾ, ਸਭ ਨੇ ਵੇਖਿਆ ਆਪਾਂ। ਲੋਕਾਂ ਨੇ ਲੱਦ ਤੇ ਰੁਪਈਆਂ ਨਾਲ, ਹੈ ਨਾ। ਹੁਣ ਲੋਕਾਂ ਨੇ ਅਕਿਰਤ ਘਣ ਵੀ ਪਾਲੇ, ਹੁਣ ਤੱਕ ਅਕਿਰਤ ਘਣ ਪਾਲੇ। ਤੇ ਆਪਾਂ ਤਾਂ ਪੰਜਾਬ ਦੇ ਉਹ ਲੋਕ ਹੈ ਜਿਨ੍ਹਾਂ ਨੇ ਮਤਲਬ ਤੁਸੀਂ ਦੇਖਿਓ ਜਿਹੜੇ ਲੋਕ ਹੁਣ ਆਪਾਂ ਮੂਹਰੇ ਲਾਵਾਂਗੇ ਨਾ, ਅਸੀਂ ਤਾਂ ਪਿੱਛੇ ਰਹਿਣਾ, ਅਸੀਂ ਤਾਂ ਰੌਲਾ ਪਾਉਣਾ ਹੈ। ਅਸੀਂ 2022 'ਚ ਇਲੈਕਸ਼ਨ ਨਹੀਂ ਲੜਨੀ, ਅਸੀਂ ਤਾਂ ਦੁਹਾਈ ਦੇਣੀ ਹੈ। ਕਿਉਂਕਿ ਅੱਜ ਲੀਡਰ ਬਣਨ ਦਾ ਨਹੀਂ, ਸਾਡੀ ਹੋਣ ਦਾ ਸਵਾਲ ਹੈ। ਸਾਡੀ ਜ਼ਮੀਨ 'ਚੋਂ ਪਾਣੀ 10 ਸਾਲਾਂ ਤੱਕ ਮੁੱਕ ਜਾਣਾ ਹੈ। ਕੋਈ ਖੇਤੀ ਨੀਤੀ ਨਹੀਂ ਹੈ, ਖੇਤੀ ਆਧਾਰਿਤ ਸੂਬਾ ਹੈ, ਕੋਈ ਖੇਤੀ ਨੀਤੀ ਨਹੀਂ। 18 ਮਹਿਕਮੇ ਹੈ, ਪਨਸਪ ਹੈ, ਪਨਗ੍ਰੇਨ ਹੈ, ਪਨਸੀਡ ਹੈ, ਮਾਰਕਫੈਡ ਹੈ, ਮਿਲਕਫੈਡ ਹੈ, ਸ਼ੂਗਰਫੈਡ ਹੈ ਨਾ। ਸਾਰੇ ਆਪਦੇ ਮਤਲਬ ਚੌਧਰੀਆਂ ਨੂੰ ਚੇਅਰਮੈਨੀਆਂ ਦੇਣ ਵਾਸਤੇ ਰੱਖਿਆ, ਖੇਤੀ ਲਈ ਕੋਈ ਕੰਮ ਨਹੀਂ ਕਰਦਾ, ਹੈ ਨਾ। ਕਿਸਾਨ ਮੇਰੇ ਪੰਜਾਬ ਦਾ ਦੇਖੋ ਕਿੰਨਾ ਸੋਹਣਾ ਕਿਸਾਨ ਹੈ। ਬੜੀ ਇਸੇ ਗੱਲ ਦੀ ਵੀ ਬੜੀ ਹੈਰਾਨੀ ਰਹਿੰਦੀ ਹੈ ਕਿ ਇੰਨਾ ਸਮਾਂ ਹੋ ਗਿਆ ਸਾਨੂੰ ਵਿਚਰਦਿਆਂ ਨੂੰ, ਇੰਨਾ ਸਮਾਂ ਹੋ ਗਿਆ ਸਾਨੂੰ ਵੀ ਸੁਣਦਿਆਂ ਨੂੰ ਕਿ ਬਦਲ ਚਾਹੀਦਾ ਖੇਤੀ ਦੇ ਵਿੱਚ। ਜਿਹੜਾ ਖੇਤੀ ਸਰਕਲ ਬਣਿਆ ਹੋਇਆ ਉਹਦੇ ਵਿੱਚੋਂ ਕਿਸਾਨ ਨੂੰ ਕੱਢਣਾ ਚਾਹੀਦਾ, ਪਰ ਗੱਲਾਂ ਹੀ ਰਹਿੰਦੀਆਂ ਨੇ। ਅਸੀਂ PAU ਦੀ ਗੱਲ ਕਰ ਲਈਏ, ਕਿੰਨੇ ਉੱਥੇ ਅਸੀਂ ਲੋਕ ਬਿਠਾਏ ਹੋਏ ਨੇ, ਕਿੰਨੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ, ਪਰ ਹੱਲ ਹੱਲੇ ਤੱਕ ਨਹੀਂ ਨਿਕਲਿਆ। ਜੇ ਉਹ ਬਦਲ ਨਹੀਂ ਦੇ ਸਕੇ ਤਾਂ ਜ਼ਿੰਮੇਵਾਰੀ ਕਿਹਦੀ ਤੈਅ ਕਰਨੀ ਹੈ? ਸਰਕਾਰ ਨੂੰ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਸਰ। ਇਹ ਤੁਹਾਨੂੰ ਮੈਂ ਦੱਸਦਾ ਅਸਲ 'ਚ ਹੁਣ ਤਾਂ ਹੀ ਪਤਾ ਕੀ ਹੋਇਆ। ਹੁਣ ਆਪਾਂ ਭੁਲੇਖੇ ਕੱਢ ਲਈਏ, ਇਹ ਇੰਟਰਵਿਊ ਆਪਾਂ ਭੁਲੇਖੇ ਕੱਢਣ ਵਾਸਤੇ ਕਰ ਰਹੇ ਹਾਂ, ਹੈ ਨਾ। ਬੜਾ ਮੰਥਨ ਕੀਤਾ ਸੀ, ਬੜੇ ਬੰਦਿਆਂ ਨੇ ਬੜੀਆਂ ਚਿਰ, ਅਸੀਂ ਰਾਤ ਨੂੰ 1-1 2-2 ਵਜੇ ਤੱਕ ਬੈਠੇ ਰਹਿੰਦੇ ਹਾਂ, ਹੈ ਨਾ। ਸਵਾਲ ਕੀ ਹੈ ਵੀ ਜਿਨ੍ਹਾਂ ਲੋਕਾਂ ਦੇ ਕੋਲੇ ਇਮਾਨਦਾਰੀ ਹੈ, ਅਕਲ ਹੈ ਨਾ, ਇੱਕ ਵਿਜ਼ਨ ਹੈ, ਉਹ ਲੋਕਾਂ ਕੋਲੇ ਸੱਤਾ ਨਹੀਂ ਹੈਗੀ। ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਵੀ ਯੂਨੀਵਰਸਿਟੀਆਂ 'ਚ ਬੈਠੇ ਆ ਜਾਂ ਹੋਰ ਚੰਗੀਆਂ ਥਾਵਾਂ 'ਤੇ ਬੈਠੇ ਆ, ਉਹ ਵਿਚਾਰੇ ਪਿੱਟਦੇ ਆ ਵੀ ਆਹ ਕਰ ਲਓ, ਹੈ ਨਾ। ਕੋਈ ਨਹੀਂ ਸੁਣਦਾ, ਕਿਉਂਕਿ ਜਿਹੜੇ ਸੱਤਾ ਵਾਲੇ ਆ ਉਹਨਾਂ ਨੇ ਤਾਂ ਡਾਕੇ ਮਾਰਨੇ ਆ, ਹੈ ਨਾ।
ਹੁਣ ਜਿਨ੍ਹਾਂ ਕੋਲੇ ਅਕਲ ਤੇ ਵਿਜ਼ਨ ਹੈ ਉਹਨਾਂ ਕੋਲੇ ਸੱਤਾ ਹੈ ਨਹੀਂ, ਜਿਨ੍ਹਾਂ ਕੋਲੇ ਸੱਤਾ ਹੈ ਉਹਨਾਂ ਕੋਲੇ ਇਮਾਨਦਾਰੀ, ਅਕਲ ਤੇ ਵਿਜ਼ਨ ਹੈ ਨਹੀਂ। ਇੱਥੇ ਪੇਚ ਫਸ ਗਿਆ। ਲੋਕ ਅਧਿਕਾਰ ਲਹਿਰ ਜਿਹੜੀ ਹੈਗੀ ਹੈ ਨਾ, ਉਹ ਇਸੇ ਵਾਸਤੇ ਬਣੀ ਹੈ ਵੀ ਜਿਹੜੇ ਵਿਜ਼ਨਰੀ ਲੋਕ ਨੇ, ਆਪਾਂ ਹੁਣ 28 ਤਰੀਕ ਨੂੰ ਮਤਲਬ ਜਿਹੜਾ ਲੋਕ ਅਧਿਕਾਰ ਲਹਿਰ ਨੇ ਬੰਦੇ ਲੱਭੇ ਨੇ ਜਾਂ ਲੱਭ ਰਹੇ ਆ, ਉਹਨਾਂ ਦੇ ਵਿੱਚੋਂ ਆਪਾਂ ਚੌਥਾ ਹਿੱਸਾ ਬੰਦੇ ਅਜੇ ਮੂਹਰੇ ਪੇਸ਼ ਕਰਾਂਗੇ, ਠੀਕ ਹੈ। ਤਾਂ ਉਹਨੂੰ ਦੇਖ ਕੇ ਸਾਰੇ ਪੰਜਾਬ ਨੂੰ, ਜਿੱਥੇ ਮਰਜ਼ੀ ਦੁਨੀਆ 'ਚ ਵਸਦਾ, ਉਹਨੂੰ ਯਕੀਨ ਹੋ ਜੂ ਵੀ ਹਾਂ ਯਾਰ ਇਹ ਬੰਦੇ ਕਰਨਗੇ। 28 ਤਰੀਕ ਨੂੰ ਕੀ ਪ੍ਰੋਗਰਾਮ ਹੈਗਾ, ਕਿੱਥੇ ਕਰ ਰਹੇ ਹੋ, ਕਿਸ ਤਰੀਕੇ ਨਾਲ ਲੋਕ ਜੁੜ ਸਕਦੇ ਨੇ ਉਸ ਪ੍ਰੋਗਰਾਮ ਦੇ ਵਿੱਚ? ਦੇਖੋ, ਲੋਕ ਅਧਿਕਾਰ ਲਹਿਰ ਦਾ ਬਰੋਸ਼ਰ ਜਿਹੜਾ ਹੈਗਾ ਅਸੀਂ ਜਾਰੀ ਕਰ ਰਹੇ ਹਾਂ, ਹੈ ਨਾ। ਤਾਂ ਆਪਾਂ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਵੀ ਉਹ ਤੁਸੀਂ ਸਾਥੋਂ ਮੰਗਵਾ ਸਕਦੇ ਹੋ, ਹੈ ਨਾ। ਤਾਂ ਮੈਂ 2 ਫੋਨ ਨੰਬਰ ਜਾਣੀ ਦੱਸ ਦਿੰਦਾ। ਇੱਕ ਤਾਂ 814 66 96 144, ਹੈ ਨਾ। ਇੱਕ 93 562 68 855। ਤਾਂ ਇਹਦੇ ਤੇ ਸਾਨੂੰ ਫੋਨ ਕਰਕੇ ਉਹ ਬਰੋਸ਼ਰ ਮੰਗਾ ਸਕਦੇ ਆ। ਫਿਰ ਉਹ ਜਿੱਥੇ ਵੀ ਹੈਗੇ ਆ ਉੱਥੇ ਹੀ ਜਾਰੀ ਕਰ ਸਕਦੇ ਆ, ਤੇ ਸਾਨੂੰ ਫੋਟੋ ਭੇਜਣੀ ਹੈ ਨਾਲ, ਮਤਲਬ ਉਹ ਜਗ੍ਹਾ ਦਾ ਨਾਮ ਭੇਜਣਾ, ਪਤਾ ਭੇਜਣਾ, ਹਲਕਾ ਭੇਜਣਾ ਤੇ ਜ਼ਿਲ੍ਹਾ ਭੇਜਣਾ। ਜੇ NRI ਕੋ ਬਾਹਰ ਬੈਠੇ ਨੇ ਉਹ ਵੀ ਮੰਗਵਾ ਸਕਦੇ ਆ, ਕਿਉਂਕਿ ਉਹ ਪੰਜਾਬ ਨਾਲ ਜੁੜੇ ਹੋਏ ਆ, ਜੜ੍ਹਾਂ ਤਾਂ ਉਹਨਾਂ ਦੀਆਂ ਇੱਥੇ ਆ ਨਾ। ਤਾਂ ਆਪਾਂ ਮਤਲਬ ਇੱਕ ਮੂਵਮੈਂਟ ਖੜੀ ਕਰਨੀ ਹੈ। ਤਾਂ ਉਹਦੇ ਵਿੱਚ ਜਾਣੀ ਫਿਰ ਜਿਹੜੀ ਚੌਥੀ ਗੱਲ ਆਪਣੀ ਰਹਿ ਗਈ, ਚੌਥੇ ਸੀ ਟੀਚੇ, ਪੰਜਵਾਂ ਉਹਦੇ 'ਚ ਪ੍ਰਣ ਪੱਤਰ, ਵੀ ਜੇ ਤੁਹਾਨੂੰ ਇਹ ਸਾਰੀ ਗੱਲ ਚੰਗੀ ਲੱਗਦੀ ਹੈ ਤਾਂ ਆਓ ਉੱਠ ਕੇ ਆਪਾਂ ਉਹ ਪ੍ਰਣ ਪੱਤਰ ਭਰੀਏ, ਹੈ ਨਾ। ਤਾਂ ਇਹ 28 ਤਰੀਕ ਨੂੰ ਜਿਹੜਾ ਇੱਕ ਪ੍ਰੈਸ ਕਾਨਫਰੰਸ ਕਰਾਂਗੇ। ਪ੍ਰੈਸ ਕਾਨਫਰੰਸ ਦੇ ਵਿੱਚ ਯੂਨੀਵਰਸਿਟੀ ਦੇ ਬਹੁਤ ਹੀ ਇਮਾਨਦਾਰ, ਜਿਨ੍ਹਾਂ ਨੇ 21 ਲੋਕਾਂ ਨੂੰ ਟਰਮੀਨੇਟ ਕਰਤਾ ਸੀਗਾ ਆਪਦੀ ਮਤਲਬ ਟਨਿਓਰ ਦੇ ਦੌਰਾਨ, ਜਿਹੜੇ ਭ੍ਰਿਸ਼ਟਾਚਾਰ ਕਰਦੇ ਸੀਗੇ, ਹੈ ਨਾ। ਸੁਖਬੀਰ ਨਾਲ ਵੀ ਅੜਫਸ ਹੋ ਗਈ, ਉਹ ਉੱਥੇ ਕੋਈ ਰੈਲੀ ਰੂਲੀ ਕਰਨੀ ਚਾਹੁੰਦੇ ਸੀ, ਉਹਨਾਂ ਨੇ ਮਨਾ ਕਰਤਾ, ਅਸਤੀਫਾ ਦੇਤਾ ਫਿਰ ਉਹਨਾਂ ਨੇ। ਡਾਕਟਰ ਕਿਰਪਾਲ ਸਿੰਘ ਔਲਖ ਉਹਨਾਂ ਦਾ ਨਾਂ ਹੈ, KS ਔਲਖ, ਹੈ ਨਾ। ਤੇ ਉਹ ਹੋਣਗੇ ਆਪਣੇ ਨਾਲ। ਇਸੇ ਤਰ੍ਹਾਂ ਇੱਕ ਬਹੁਤ ਹੋਰ ਬੁੱਧੀਮਾਨ ਜਿਹੜੇ ਹੈਗੇ ਆ, ਡਾਕਟਰ ਮਨਜੀਤ ਸਿੰਘ ਕੰਗ, ਤੁਸੀਂ ਨਾਂ ਸੁਣਿਆ ਹੋਣਾ, VC। ਤਾਂ ਇਸੇ ਤਰ੍ਹਾਂ ਜਿਹੜੀ IIT ਰੁੜਕੀ ਹੈ, ਉਹਦੇ 'ਚ 36-37 ਸਾਲ ਕੰਮ ਕਰਨ ਵਾਲੇ ਇੱਕ ਡਾਕਟਰ ਗੁਰਸ਼ਰਨ ਰੰਧਾਵਾ, ਹੈ ਨਾ। ਇਸੇ ਤਰ੍ਹਾਂ ਸਾਡੇ ਆਰਥਿਕ ਮਾਹਰ ਨੇ, ਜਿਨ੍ਹਾਂ ਨੂੰ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਚਿੱਠੀਆਂ ਲਿਖਦੇ, ਸਰਕਾਰ ਨੂੰ ਲਿਖਦੇ, ਉੱਥੇ ਵੀ ਗਏ ਉਹ ਬਹੁਤ ਵਾਰੀ, ਹੈ ਨਾ। ਅੱਜ ਵੀ ਉਹਨਾਂ ਨੇ ਮੈਨੂੰ ਫੋਟੋ ਭੇਜੀ ਆ, ਉਹ ਮਤਲਬ ਕਾਲਾ ਝੰਡਾ ਲੈ ਕੇ ਰੋਸ ਪ੍ਰਗਟਾ ਰਹੇ ਹੈ। ਮੇਰੀ ਮੁਰਾਦ ਡਾਕਟਰ ਰਣਜੀਤ ਸਿੰਘ ਘੁੰਮਣ ਹੋਰਾਂ ਤੋਂ ਹੈ ਨਾ, ਉਹ ਵੀ ਨਾਲ ਹੋਣਗੇ। ਇਸੇ ਤਰ੍ਹਾਂ ਸਰਦਾਰ ਬਲਦੇਵ ਸਿੰਘ ਸਰਾਂ, ਜਿਹੜੇ ਬਿਜਲੀ ਬੋਰਡ ਦੇ ਚੇਅਰਮੈਨ ਰਹੇ ਆ, ਕਿਸੇ ਕੋਲੇ ਨਾ ਲਓ ਤੁਸੀਂ, ਬਿਜਲੀ ਵਾਲੇ ਕੋਲੇ, ਉਹਨੂੰ ਜਾਣਦਾ ਹੈ ਨਾ। ਤੇ ਉਹਨਾਂ ਦੀ ਛਵੀ ਬਹੁਤ ਜਾਣੀ ਇਮਾਨਦਾਰ ਅਫਸਰਾਂ ਵਾਲੀ ਹੈ। ਇਹ ਬੰਦੇ ਹੋਣਗੇ। ਇਹ ਤੋਂ ਇਲਾਵਾ ਮਨਰੇਗਾ ਮਜ਼ਦੂਰ ਫਰੰਟ ਦਾ ਮਤਲਬ ਇੱਕ ਬੰਦਾ ਹੋਏਗਾ ਪੰਜਾਬ ਦਾ, ਹੈ ਨਾ। ਇਹ ਤੋਂ ਇਲਾਵਾ ਨਗਰ ਨਿਗਮ ਦੇ ਜਿਹੜੇ ਆਪਣੇ ਹੈਗੇ ਨੇ ਕਰਮਚਾਰੀ, ਸਫਾਈ ਕਰਮਚਾਰੀ, ਉਹਨਾਂ ਦੇ ਇੱਕ ਸੁਰਿੰਦਰ ਟੋਨਾ ਜੀ 2009 ਤੋਂ ਪ੍ਰਧਾਨ ਚੇਅਰਮੈਨ ਚੱਲੇ ਆ ਰਹੇ ਆ, ਉਹ ਹੋਣਗੇ। ਇਸੇ ਤਰ੍ਹਾਂ ਇੱਕ ਆਪਣੇ ਕੁਲਦੀਪ ਸਿੰਘ ਈਸਾਪੁਰ ਨੇ, ਜਿਹੜੇ ਬਾਮਣ ਮਹੇਸ਼ ਰਾਮ ਜੀ ਹੋਰਾਂ ਨੇ, ਜਿਹੜਾ ਇਹ SC ਸਮਾਜ ਹੈ ਉਹਦੇ ਲਈ ਇੱਕ ਲਹਿਰ ਚਲਾਈ ਹੋਈ ਹੈ, ਹੈ ਨਾ, ਬਹੁਜਨ ਸਮਾਜ ਲਈ। ਤਾਂ ਉਹਨਾਂ ਨੂੰ ਨਾਲ ਬਿਠਾਵਾਂਗੇ। ਤਾਂ ਇਹਨਾਂ ਸਾਰਿਆਂ ਨਾਲ ਇਹ ਗੱਲ ਕਲੀਅਰ ਕੀਤੀ ਹੈ ਕਿ ਦੇਖੋ, ਆਪਾਂ ਭਾਰਤ ਦਾ ਸੰਵਿਧਾਨ ਲਾਗੂ ਕਰਨਾ, ਹੈ ਨਾ। ਮਤਲਬ ਘੱਟੋ ਘੱਟ ਪ੍ਰੋਗਰਾਮ ਇਹ ਹੈ ਵੀ ਭਾਰਤ ਦਾ ਸੰਵਿਧਾਨ ਲਾਗੂ ਹੋ ਜੇ, ਗੱਲ ਹੀ ਖਤਮ ਹੈ ਨਾ। ਅੱਜ ਭਾਜਪਾ ਸੰਵਿਧਾਨ ਨੂੰ ਛਿੱਕੇ ਟੰਗੀ ਫਿਰਦੀ ਹੈ, ਕੀ ਕੁਛ ਹੋਈ ਜਾਂਦਾ ਵੀ ਅਸੀਂ ਇੱਥੇ SC ਮੁੱਖ ਮੰਤਰੀ ਦਿਆਂਗੇ। ਦੇਖੋ, ਮੁੱਖ ਮੰਤਰੀ ਅਸੀਂ ਵੀ SC ਦੇ ਸਕਦੇ ਹਾਂ, ਪਰ ਤੁਸੀਂ SC ਬਣਾਓ ਉਹ ਬੰਦਾ ਜਿਹੜਾ ਇਮਾਨਦਾਰ ਹੋਵੇ, ਹੈ ਨਾ। ਜੇ ਤੁਸੀਂ SC ਮੁੱਖ ਮੰਤਰੀ, ਹੁਣ ਰਾਸ਼ਟਰਪਤੀ ਵੀ ਤਾਂ SC ਨੇ, ਕਿਸੇ ਨੂੰ ਕੀ ਮਿਲਿਆ? ਫਿਰ ਦੇਖੋ, ਵਿਧਾਨ ਸਭਾ ਤੇ ਸੰਸਦ ਦੇ ਵਿੱਚ 38% ਮੇਰਾ ਖਿਆਲ ਜਾਂਦੇ ਨੇ, ਹੈ ਨਾ, 34%। ਤਾਂ ਉਹ ਗੱਲ ਹੀ ਨਹੀਂ ਕਰਦੇ, ਉਹ ਤਾਂ ਫਿਰ ਉਹਨਾਂ ਦੀ ਸਰਮਾਏਦਾਰਾਂ ਦੀ ਉਹ ਗੱਲ ਕਰਦੇ ਨੇ। ਸੋ ਜੇ ਤੁਸੀਂ ਸੱਚਮੁੱਚ ਬਹੁਜਨ ਸਮਾਜ ਤੇ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਲੋਕ ਨੇ, ਹੈ ਨਾ, ਮਜ਼ਦੂਰਾਂ ਦਾ ਸੋਚਣਾ ਹੈ, ਤਾਂ ਫਿਰ ਸੱਚੇ ਸੁੱਚੇ ਬੰਦੇ ਭਾਉਣੇ ਪੈਣਗੇ। ਅਸੀਂ ਸਾਥ ਦਿਆਂਗੇ। ਭਾਉਣੇ ਕਿਹਨੇ ਆ, ਹੈ ਨਾ। ਇਹਨਾਂ ਨੇ 24 ਘੰਟੇ ਲੁੱਟ ਕਰਨੀ ਹੈ ਨਾ। ਇਹ ਤਾਂ ਸਵੇਰੇ ਤੀਰ ਕਮਾਨ ਕੱਸ ਲੈਂਦੇ ਨੇ, ਕੋਈ ਰੇਤਾ ਬਜਰੀ ਵਾਲ। ਤੁਸੀਂ ਦੇਖੋ, ਝੋਨੇ ਦੀ ਫੱਕ ਤੇ ਜਿਹੜੀ ਆਪਣੀ ਕੋਲਿਆਂ ਦੀ ਸੁਆਹ ਹੈ, ਉਹ ਵੀ ਵੰਡ ਲੈਂਦੇ ਨੇ ਪਹਿਲਾਂ, ਇਹ ਵੀ ਇਹ ਕਿਹਨੇ ਵੇਚਣੀ ਆ 2 ਨੰਬਰ 'ਚ, ਹੈ ਨਾ। ਬੜੀ ਅਹਿਮ ਗੱਲ ਤੁਸੀਂ ਕਹੀ ਬਲਵਿੰਦਰ ਜੀ। ਵਿਜ਼ਨ ਬੜਾ ਹੋਣਾ ਜ਼ਰੂਰੀ ਹੈ। ਜੇ ਅਸੀਂ ਕਿਸੇ ਵੀ ਸਟੇਟ ਦੇ ਵਿਕਾਸ ਦੀ ਗੱਲ ਕਰਨੀ ਤਾਂ ਵਿਜ਼ਨ ਹੋਣਾ ਬੜਾ ਜ਼ਰੂਰੀ ਹੈ। ਪਰ ਪਿਛਲੇ ਸਮੇਂ ਦੇ ਵਿੱਚ ਜੋ ਲੋਕਾਂ ਦੇ ਵਿੱਚ ਭਾਵਨਾ ਹੈਗੀ, ਉਹ ਤਾਂ ਇਹੀ ਸੋਚਦੇ ਕਿ ਇਸ ਵੇਲੇ ਹਾਲਾਤ ਇੱਦਾਂ ਦੇ ਨੇ ਕਿ ਨੀਲੇ ਬੱਦਲ, ਕਾਲੇ ਬੱਦਲ, ਨੀਲੇ ਮੋਰ, ਉਹ ਵੀ ਚੋਰ ਤੇ ਉਹ ਵੀ ਚੋਰ। ਲੋਕਾਂ ਦੇ ਜ਼ਿਹਨ ਦੇ ਵਿੱਚ ਇਹੀ ਚੀਜ਼ ਬਣੀ ਹੋਈ ਹੈ ਕਿ ਭਰੋਸਾ ਕਿਹਦੇ ਤੇ ਕਰੀਏ। ਨਹੀਂ, ਵਿਜ਼ਨ ਦੀ ਗੱਲ ਸੁਣ ਲਓ। ਦੇਖੋ, ਪਤਾ ਕੀ ਹੈ, ਲੋਕ ਅਧਿਕਾਰ ਲਹਿਰ ਦੀ ਜਿਹੜੀ ਟੀਮ ਹੈ ਨਾ, ਉਹ ਕੋਈ ਵੀ ਕੱਚਾ ਕੰਮ ਨਹੀਂ ਕਰਦੀ, ਹੈ ਨਾ। ਅਸੀਂ ਤਾਂ ਐਵੇਂ ਮਤਲਬ ਲੋਕਾਂ ਨੂੰ ਜਾ ਕੇ ਜਗਾਉਂਦੇ ਹਾਂ। ਅਸੀਂ, ਸਾਡਾ ਕੰਮ ਤਾਂ ਵੀ ਹੋਕਾ ਦੇਣਾ ਹੈ, ਵਾਂਗ ਦੇਣੀ ਹੈ ਨਾ, ਮੁਰਗੇ ਵਾਂਗੂ। ਜਿਹੜੇ ਪਿੱਛੇ ਨੇ ਸਾਡੇ,
ਉਹਨਾਂ ਨੇ ਕਮੇਟੀਆਂ ਬਣਾ ਲਈਆਂ ਨੇ, ਆਰਥਿਕਤਾ ਸੰਬੰਧੀ ਬਣ ਚੁੱਕੀਆਂ। ਪੰਜਾਬ ਦੇ ਵਿੱਚ ਜਿਹੜਾ ਪਿੰਡਾਂ ਤੇ ਸ਼ਹਿਰਾਂ ਦਾ ਸੀਵਰੇਜ ਆ ਉਹਦੇ ਤੇ ਕਿੰਨਾ ਖਰਚਾ ਆਊਗਾ, ਉਹ ਕਿਵੇਂ ਪਾਵਾਂਗੇ, ਉਹਦੇ ਲਈ ਕਮੇਟੀ ਬਣ ਚੁੱਕੀ ਹੈ। ਇੰਡਸਟਰੀ ਲਈ ਜਿਹੜੀ ਕੋਆਪਰੇਟਿਵ ਖੇਤੀ, ਸਹਿਕਾਰੀ ਖੇਤੀ ਮਾਡਲ ਕਿਹੋ ਜਿਹਾ ਹੋਵੇ ਉਹਦੇ ਵਾਸਤੇ, ਹੈ ਨਾ, ਐਜੂਕੇਸ਼ਨ ਤੇ ਹੈਲਥ ਤੇ ਵੀ ਉਹ ਕਿਵੇਂ ਆਪਾਂ ਲੋਕਾਂ ਨੂੰ ਦੇਣੀ ਹੈ, ਸੋਰਸ ਆਫ ਇਨਕਮ ਕਿੱਥੋਂ ਹੋਣਗੇ, ਉਹ ਸਾਰੇ ਕਾਸੇ ਬਾਰੇ ਪੂਰਾ ਮੰਥਨ ਚੱਲ ਰਿਹਾ। ਅਲੱਗ-ਅਲੱਗ ਬੰਦਿਆਂ ਨੂੰ ਆਪਾਂ ਚੁਸਤ ਦਰੁਸਤ ਤੇ ਭ੍ਰਿਸ਼ਟਾਚਾਰ ਮੁਕਤ ਜਿਹੜਾ ਪ੍ਰਸ਼ਾਸਨ ਦੇਣਾ, ਪੁਲਿਸ ਨੂੰ ਚੁਸਤ ਦਰੁਸਤ ਕਿਵੇਂ ਕਰਨਾ ਹੈ ਨਾ, ਉਹਦੇ ਲਈ ਵੀ ਉਹ ਸਾਰੇ ਟਿਪਸ ਜਿਹੜੇ ਹੈਗੇ ਨੇ ਜਾਂ ਸਾਰੀ ਜੋ ਰਣਨੀਤੀ ਹੈ ਉਹ ਆਪਾਂ 30 ਸਤੰਬਰ ਤੱਕ ਜਿਹੜੇ ਹੈਗੇ ਨੇ ਟੀਮ ਦੇ, ਸਾਡੀ ਕੋਰ ਕਮੇਟੀ ਦੇ ਬੰਦੇ ਨੇ, ਉਹਨਾਂ ਨੇ ਸਾਰਿਆਂ ਨੂੰ ਉਹ ਟੀਚਾ ਦਿੱਤਾ ਵੀ ਤੁਸੀਂ 30 ਸਤੰਬਰ ਤੱਕ ਦੱਸਣਾ ਹੈ। ਆਪਾਂ ਨਵੰਬਰ 'ਚ ਜਾਣੀ ਪੰਜਾਬ ਨੂੰ ਇਸ ਹੱਦ ਤੱਕ ਸਮਝਣਾ ਵੀ ਤੁਸੀਂ ਇਹ ਦੱਸਣਾ ਵੀ ਮੇਰਾ ਪਿੰਡ ਕਿਹੜਾ ਹੈ। ਸਮੱਸਿਆ ਜਿਹੜੀ ਹੈਗੀ ਆ ਤੁਹਾਡੇ ਪਿੰਡ ਦੀ, ਉਹ ਲੋਕ ਅਧਿਕਾਰ ਲਹਿਰ ਦੀ ਟੀਮ ਦੱਸੂਗੀ, ਹੈ ਨਾ, ਵੀ ਤੁਹਾਡੇ ਪਿੰਡ ਤਾਂ ਆਹ ਸਮੱਸਿਆ। ਸੋ ਪੰਜਾਬੀ ਘੋਲ ਕਰ ਜਾਂਦੇ ਆ ਕਈ ਵਾਰੀ ਕੰਮ ਕਰਨ ਨੂੰ, ਪਰ ਜਦੋਂ ਕਰਦੇ ਆ ਫਿਰ ਤੁਹਾਨੂੰ ਪਤਾ ਫਿਰ ਕੁੱਤੀਆਂ ਕੰਧਾਂ ਤੇ ਚਾੜ ਦਿੰਦੇ ਆ, ਹੈ ਨਾ। ਆਪਾਂ ਕਹੀ ਜਾਂਦੇ ਆ ਦਿੱਲੀ ਦੂਰ ਹੈ, ਦਿੱਲੀ ਦੂਰ ਹੈ, ਤੇ ਜਦੋਂ ਲੋੜ ਪਈ ਤਾਂ 1970 ਮਾਡਲ ਟਰੈਕਟਰਾਂ ਤੇ ਦਿੱਲੀ ਪੈਰਾਂ 'ਚ ਕਰ ਲਈ, ਹੈ ਨਾ। ਪਹਿਲਾਂ ਬੱਸ ਤੇ ਵੀ ਦਿੱਲੀ ਦੂਰ ਲੱਗਦੀ ਸੀ। ਸੋ ਪੰਜਾਬੀ ਜਿਹੜਾ ਹੈਗਾ ਨਾ ਉਹ ਟੈ ਨਾ ਮੰਨਣ ਕਿਸੇ ਦੀ, ਉਲਾਰ ਲੈਂਦੇ ਡਾਂਗਾ ਮੋਢਿਆਂ ਤੇ, ਪੂਰਨ ਸਿੰਘ ਹੋਰਾਂ ਨੇ ਲਿਖਿਆ, ਹੈ ਨਾ। ਸੋ ਜਦੋਂ ਉੱਠ ਖੜੇ ਤਾਂ ਫਿਰ ਐਸੀ ਕੋਈ ਗੱਲ ਨਹੀਂ, ਪੰਜਾਬੀਆਂ ਜਿੰਨੀ ਕੁਰਬਾਨੀ ਕੋਈ ਨਹੀਂ ਕਰ ਸਕਦਾ, ਹੈ ਨਾ, ਪੰਜਾਬੀਆਂ ਜਿੰਨੀ ਸੇਵਾ ਕੋਈ ਨਹੀਂ ਕਰ ਸਕਦਾ, ਹੈ ਨਾ। ਬਸ ਘੋਲ ਕਰ ਜਾਂਦੇ ਆ, ਥੋੜ੍ਹੇ ਜਿਹੇ ਘੋਲੀ ਆ। ਤੇ ਹੁਣ ਜਦੋਂ ਪਾਣੀ ਗਲ ਤੱਕ ਆ ਗਿਆ, ਹੈ ਨਾ, ਸਾਰਿਆਂ ਪਾਸਿਆਂ ਤੋਂ ਬੂਹੇ ਭਿੜ ਗਏ, ਅਸੀਂ ਪੰਜਾਬ ਨੂੰ ਛੱਡ ਕੇ ਭੱਜਣਾ ਸ਼ੁਰੂ ਕਰਤਾ। ਸੋ ਅੱਜ ਹਰ ਪੰਜਾਬੀ ਦੀ ਹੂਕ ਹੈ, ਔਰ ਬਾਬੇ ਨੇ ਮਾਹੌਲ ਵੀ ਉਹ ਬਣਾਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਰਾਜਨੀਤੀ ਕਰਨ ਵਾਲਿਆਂ ਦੇ ਕੱਖ ਉੱਡ ਜਾਣਗੇ, ਇਹ ਗੱਲ ਯਾਦ ਰੱਖਿਓ, ਕਿਉਂਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਹੈ ਨਾ। ਇੱਥੇ ਹਿੰਦੂ, ਸਿੱਖ, ਮੁਸਲਮਾਨ, ਤੇ ਗੁਰੂ ਨਾਨਕ ਜੀ ਦਾ ਤਾਂ ਸੱਦਾ ਹੀ ਇਹ ਸੀ, ਸਭੇ ਸਾਂਝੀ ਵਾਲ ਸਦੈਨ ਕੋਈ ਨਾ ਦਿਸੇ ਬਾਹਰਾ ਜੀਓ। ਜਾਤ ਪਾਤ ਤੇ ਦੇਖੋ ਕਿੰਨਾ ਸੋਹਣਾ ਕਿਹਾ, ਜਾਤ ਜਨਮ ਨਾ ਪੁੱਛੀਐ ਸੱਚ ਕਰ ਲਿਓ ਬਤਾਏ, ਸਾ ਜਾਤ ਸਾ ਪਾਤ ਹੈ ਜਿਹਾ ਕਰਮ ਕਮਾਏ, ਹੈ ਨਾ। ਹੁਣ ਬਸ ਆਪਾਂ ਗੁਰੂ ਦੀ ਗੱਲ ਸਮਝਣੀ ਹੈ ਨਾ। ਉਹਨਾਂ ਨੇ ਕਿਹਾ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ, ਹੈ ਨਾ। ਸੋ ਗੁਰੂ ਸਾਡਾ ਦਾਨ ਕਰਨ ਨੂੰ ਵੀ ਅਕਲ ਨਾਲ ਕਹਿੰਦਾ। ਤੇ ਹੁਣ ਮਤਦਾਨ ਜਿਹੜਾ ਕੰਨਿਆਦਾਨ ਨਾਲੋਂ ਵੀ ਵੱਧ ਮਹੱਤਵਪੂਰਨ ਹੈ, ਬਸ ਉਹਦੇ ਬਾਰੇ ਪੰਜਾਬੀਆਂ ਨੂੰ ਜਾਣੀ ਹੱਥ ਜੋੜ ਕੇ ਬੇਨਤੀ ਆ ਵੀ ਐਤਕੀ ਮਤਦਾਨ ਪੂਰਾ ਅੱਖਾਂ ਖੋਲ ਕੇ ਕਰਨਾ। ਆਪਾਂ ਜਾਣੀ ਅਕਤੂਬਰ ਨਵੰਬਰ ਤੱਕ ਪੰਜਾਬ ਇੱਕ ਪਾਸੇ ਕਰ ਲੈਣਾ, ਲੁੱਟਣ ਵਾਲੇ ਇੱਕ ਪਾਸੇ ਕਰ ਲੈਣੇ, ਸਾਡੇ ਦੁੱਖ ਸਾਂਝੇ, ਸਾਡੀਆਂ ਮੁਸ਼ਕਲਾਂ ਸਾਂਝੀਆਂ, ਹੈ ਨਾ। ਤਾਂ ਭੁਗਲ ਸਾਹਿਬ ਇਹ ਜਿਹੜਾ ਹੈਗਾ ਵੀ ਇਹਦੇ 'ਚ ਹਿੰਦੂ, ਮੁਸਲਿਮ, ਸਿੱਖ, ਈਸਾਈ, ਹੈ ਨਾ, ਮਜ਼੍ਹਬੀ, ਜੱਟ ਤੇ ਛੀਂਬਾ ਨਾਈ, ਸਾਰੇ ਤੁਹਾਨੂੰ ਇੱਕ ਦੂਜੇ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਤੁਰਦੇ ਨਜ਼ਰ ਆਉਣਗੇ। ਇਹ ਲੋਕ ਅਧਿਕਾਰ ਲਹਿਰ ਦਾ ਵਾਅਦਾ ਤੁਹਾਡੇ ਨਾਲ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਬੜੀ ਆਸ ਹੁੰਦੀ ਹੈ ਕਿ ਕੁਝ ਅਜਿਹਾ ਵੀ ਹੋ ਜਾਵੇ, ਕਿਉਂਕਿ ਸਾਡੀਆਂ ਵੀ ਕਾਫੀ ਉਮਰ ਚਲੋ ਇਸੇ ਗੱਲਾਂ ਨੂੰ ਸੁਣਦੇ ਲੰਘ ਗਈ ਕਿ ਭਰੋਸੇ ਬੜੇ ਮਿਲੇ ਨੇ ਪਰ ਭਰੋਸੇ ਵਫਾ ਨਹੀਂ ਹੋਏ, ਤੇ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ, ਉਹਨਾਂ ਕੋਸ਼ਿਸ਼ਾਂ ਨੂੰ ਨੇਸ ਤੋਂ ਨਾਬੂਦ ਕੀਤਾ ਜਾਂਦਾ ਰਿਹਾ। ਕਿਉਂਕਿ ਜਿਹੜੇ ਤੁਸੀਂ ਗੱਲ ਕੀਤੀ ਜਿਵੇਂ ਕਿ 200-250 ਬੰਦਾ ਹੈਗਾ ਜਿਹੜਾ ਇਸ ਵੇਲੇ ਲੁੱਟ ਰਿਹਾ ਪੰਜਾਬ ਨੂੰ, ਤੇ 3-4 ਹਜ਼ਾਰ ਬੰਦਾ ਉਹ ਹੈਗਾ ਜਿਹੜਾ ਉਹਨਾਂ ਦਾ ਸਾਥ ਦੇ ਰਿਹਾ, ਕੌਲੀ ਛੱਟ ਹੈਗਾ। ਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਇਸ ਵਕਤ ਜਿੰਨੇ ਵੀ ਇਹ ਵੀਡੀਓ ਦੇਖ ਰਹੇ ਹੋਣਗੇ ਉਹਨਾਂ ਦੇ ਜ਼ਿਹਨ ਦੇ ਪਰਦੇ ਕਿਤੇ ਨਾ ਕਿਤੇ ਖੁੱਲ੍ਹੇ ਹੋਣਗੇ ਕਿ ਕਿਸ ਤਰੀਕੇ ਨਾਲ ਪੰਜਾਬ ਨੂੰ ਲੁੱਟਣ ਵਾਲੇ ਦੀ ਗਿਣਤੀ ਘੱਟ ਹੈ ਤੇ ਉਹਨਾਂ ਨੂੰ ਕਾਬੂ ਤੁਸੀਂ ਕਿਵੇਂ ਕਰਨਾ ਹੈ। ਬਿਲਕੁਲ ਉਹਨਾਂ ਨੂੰ ਕਾਬੂ ਕਿਵੇਂ ਤੁਸੀਂ ਕਰਨਾ ਹੈਗਾ, ਤੇ ਤੁਸੀਂ ਉਹ ਵੀ ਆਪਣੇ ਧਿਆਨ ਦੇ ਵਿੱਚ ਰੱਖੋ ਕਿ ਕਿਸ ਤਰੀਕੇ ਨਾਲ ਪੰਜਾਬ ਇਸ ਵਕਤ ਹਾਲਾਤਾਂ ਦੇ ਵਿੱਚ ਫਸਿਆ ਹੋਇਆ। ਜੇ ਇਸ ਵਕਤ ਔਖੀ ਘੜੀ ਦੇ ਵਿੱਚ ਅਸੀਂ ਉਹਨੂੰ ਛੱਡ ਕੇ ਦੌੜਾਂਗੇ ਤਾਂ ਸਾਡੇ ਆਪਣੇ ਪੰਜਾਬੀ ਹੋਣ 'ਤੇ ਵੀ ਸਵਾਲ ਖੜੇ ਹੁੰਦੇ ਨੇ। ਤਾਂ ਉਮੀਦ ਕਰਦੇ ਕਿ ਜਿੰਨੇ ਵੀ ਲੋਕ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਬਾਕੀ ਲੋਕਾਂ ਦੇ ਨਾਲ ਵੀ ਸਾਂਝਾ ਕਰਿਓ ਕਿ ਇਹਦੇ ਵਿੱਚ ਜਿਹੜੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਗਈਆਂ ਨੇ ਤੁਸੀਂ ਉਹਦੇ ਨਾਲ ਕਿੰਨਾ ਕੁ ਇਤਫਾਕ ਰੱਖਦੇ ਹੋ, ਤੇ ਆਪਣੇ ਇਤਫਾਕ ਦੇ ਜ਼ਰੀਏ ਜਿਹੜੀਆਂ ਸੁਝਾਅ ਹੈਗੇ, ਜਿਹੜੇ ਟਿੱਪਣੀਆਂ ਹੈਗੀਆਂ ਉਹ ਇਸ ਵੀਡੀਓ ਦੇ ਥੱਲੇ ਜ਼ਰੂਰ ਸਾਂਝੇ ਕਰਿਓ। ਫਿਲਹਾਲ ਤੁਹਾਡੇ ਤੋਂ ਅੱਗੇ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ।